ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਸੋਨਾਲੀ। ਅਕਤੂਬਰ ਐਂਡ ਹੋਣ ਵਾਲਾ ਹੈ ਜੀ, ਫੈਸਟਿਵ ਸੀਜ਼ਨ ਨੈਕਸਟ ਮੰਥ ਆ ਰਿਹਾ ਹੈ। ਬਟ ਇਸ ਅਕਤੂਬਰ ਦੇ ਐਂਡ ਦੇ ਵਿੱਚ ਮੈਂ ਕਹਿ ਸਕਦੀ ਹਾਂ ਪੂਰਾ ਅਕਤੂਬਰ ਇੱਕ ਪਿੰਕ ਅਕਤੂਬਰ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ, ਇੱਕ ਵਾਰ ਕਲੀਅਰ ਕਰ ਦਿੰਦੀ ਹਾਂ। ਜਿਹੜੇ ਬ੍ਰੈਸਟ ਕੈਂਸਰ ਦੇ ਜਿਹੜੇ ਮਰੀਜ਼ ਹੁੰਦੇ ਆ ਜਾਂ ਫਿਰ ਲੋਕਾਂ ਨੂੰ ਜਸਟ ਟੂ ਅਵੇਅਰ ਦੈਮ ਇਸ ਨੂੰ ਪਿੰਕ ਅਕਤੂਬਰ ਕਿਹਾ ਜਾਂਦਾ ਹੈ। ਹੁਣ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਮੈਂ ਪਿੰਕ ਅਕਤੂਬਰ ਨੂੰ ਇਹੋ ਜਿਹੀ ਇੰਟਰੋਡਕਸ਼ਨ ਕਿਉਂ ਦਿੱਤੀ, ਕਿਉਂਕਿ ਅੱਜ ਜਿਨ੍ਹਾਂ ਨਾਲ ਮੈਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੀ ਹਾਂ ਉਹ ਆਲਰੇਡੀ ਇੱਕ ਕੈਂਸਰ ਸਰਵਾਈਵਰ ਰਹਿ ਚੁੱਕੇ ਨੇ। ਬ੍ਰੈਸਟ ਕੈਂਸਰ ਉਹਨਾਂ ਨੂੰ ਹੋ ਚੁੱਕਿਆ ਹੈ। ਮੈਨੂੰ ਨਹੀਂ ਲੱਗਦਾ ਮੈਨੂੰ ਇੰਨੀ ਡਲ ਜਿਹੀ ਇੰਟਰੋਡਕਸ਼ਨ ਦੇਣੀ ਚਾਹੀਦੀ ਆ, ਬਿਕਾਜ਼ ਦੈਟ ਲੇਡੀ ਇਜ਼ ਸੋ ਬਰੇਵ। ਪਹਿਲਾਂ ਇੱਕ ਆਰਮੀ ਆਫਿਸਰ ਦੀ ਵਾਈਫ ਹੋ ਕੇ ਸਟਰਗਲ ਨੂੰ ਇੰਜੋਏ ਕੀਤਾ, ਉਸ ਤੋਂ ਬਾਅਦ ਇੱਕ ਕੈਂਸਰ ਸਰਵਾਈਵਰ ਹੋ ਕੇ ਉਸ ਵੀ ਸਟਰਗਲ ਨੂੰ ਇੰਜੋਏ ਕਰਕੇ ਉਸ ਤੋਂ ਬਾਹਰ ਆ ਕੇ ਮੈਂ ਸ਼ਾਇਦ ਇਹ ਕਹਿ ਸਕਦੀ ਹਾਂ ਕਿ ਲੜਾਈ ਕੈਂਸਰ ਨੇ ਸ਼ੁਰੂ ਕੀਤੀ ਤੇ ਖ਼ਤਮ ਤੁਸੀਂ ਕੀਤੀ। ਥੈਂਕ ਯੂ ਸੋ ਮਚ। ਤੁਸੀਂ ਆਏ ਹੋ ਅਤੇ ਇੰਟਰਵਿਊ ਲੈ ਰਹੇ ਹੋ। ਬੜੀ ਖੁਸ਼ੀ ਹੋਈ ਹੈ ਕਿ ਮੈਂ ਕੁਛ ਵੀ ਦੱਸ ਸਕਦੀ ਹਾਂ ਕਿਸੇ ਜਾਂ ਇੰਸਪਾਇਰ ਕਰ ਸਕਦੀ ਹਾਂ ਕਿਸੇ ਨੂੰ, ਅਤੇ ਮੈਨੂੰ ਬਹੁਤ ਚੰਗਾ ਲੱਗੇਗਾ। ਜੀ ਜੀ ਜੀ। ਇੰਟਰੋਡਕਸ਼ਨ ਦੇ ਦਿੰਦੀ ਆ। ਰਸ਼ਮੀ ਇਹਨਾਂ ਦਾ ਨਾਂ ਹੈ। ਫੈਸ਼ਨਿਸਟਾ ਨੂੰ ਮੈਂ ਕਹਿ ਸਕਦੀ ਹਾਂ। ਤੁਸੀਂ ਬਹੁਤ ਬਿਊਟੀਫੁਲ ਲੱਗਦੇ ਹੋ। ਥੈਂਕ ਯੂ। ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਪਹਿਲਾ ਸਟਰਗਲ ਇੱਕ ਆਰਮੀ ਆਫਿਸਰ ਦੀ ਵਾਈਫ ਨੂੰ ਸਟਰਗਲ ਨੂੰ ਇੰਜੋਏ ਕੀਤਾ, ਉਸ ਤੋਂ ਬਾਅਦ ਇੱਕ ਕੈਂਸਰ ਸਰਵਾਈਵਰ ਦਾ ਜੋ ਸਟਰਗਲ ਸੀਗਾ ਉਸ ਨੂੰ ਵੀ ਇੰਜੋਏ ਕਰਕੇ ਉਸ ਤੋਂ ਬਾਹਰ ਆਏ। ਅਤੇ ਇਹ ਕਹਿ ਸਕਦੀ ਹੈ ਨਾ ਕਿ ਲੜਾਈ ਕੈਂਸਰ ਨੇ ਸ਼ੁਰੂ ਕੀਤੀ ਅਤੇ ਖ਼ਤਮ ਤੁਸੀਂ ਕੀਤੀ। ਹਾਂ, ਬਿਲਕੁਲ ਕਹਿ ਸਕਦੇ ਹੋ, ਕਿਉਂਕਿ ਪਹਿਲੇ ਤਾਂ ਲੜਾਈ ਨੂੰ ਅਸੀਂ ਲੜਾਈ ਮੰਨਦੇ ਹੀ ਨਹੀਂ ਹੈਗੇ। ਲੜਾਈ ਕਿਸ ਗੱਲ ਦੀ ਹੈ ਨਾ। ਸਾਡੇ ਅੰਦਰ ਕੈਂਸਰ ਸੈਲਸ ਤੇ ਸਾਰੇ ਕੋਲ ਹੁੰਦੇ ਨੇ, ਅਤੇ ਸਾਡੇ ਬੋਡੀ ਵਿੱਚ ਬਾਕੀ ਵਾਈਟਮਿਨਸ ਵਗੈਰਾ ਜਿਹੜੇ ਹੈਗੇ ਨੇ ਉਹ ਵਾਲੇ ਸੈਲਸ, ਮਿਨਰਲਸ ਵਾਲੇ ਸੈਲਸ ਜਿਹੜੇ ਹੁੰਦੇ ਨੇ, ਜਿਹੜੇ ਉਹਨਾਂ ਨੂੰ ਫਾਈਟ ਕਰਦੇ ਨੇ। ਕਦੀ ਕਦੀ ਜਦ ਲੇਡੀਜ਼ ਵਿੱਚ ਸਪੈਸ਼ਲੀ ਬਿਕੋਜ਼ ਇਹ ਪਿੰਕ ਅਕਤੂਬਰ ਮਨਾਇਆ ਜਾ ਰਿਹਾ ਹੈ, ਇਸ ਕਰਕੇ ਮਨਾਇਆ ਜਾ ਰਿਹਾ ਕਿ ਅਸੀਂ ਆਪਣਾ ਜਿਹੜਾ ਆਸਮਾਨ ਹੈ ਉਹਨੂੰ ਪਿੰਕ ਬਣਾਈਏ। ਪਿੰਕ ਮਤਲਬ ਖੂਬਸੂਰਤੀ ਅਤੇ ਆਪਣੀ ਹੈਲਥ ਠੀਕ ਰੱਖਣ ਵਾਲਾ ਮਹੀਨਾ। ਮੈਂ ਚਾਹੁੰਦੀ ਹਾਂ ਕਿ ਅਸੀਂ ਲੇਡੀਜ਼ ਆਪਣੇ ਆਪ ਨੂੰ ਨਾ ਥੋੜ੍ਹਾ ਪਿੱਛੇ ਰੱਖ ਦਿੰਦੇ ਹਾਂ। ਸਾਡੇ ਵਾਸਤੇ ਬੱਚੇ, ਸਾਡੇ ਵਾਸਤੇ ਹਸਬੈਂਡ, ਫੈਮਿਲੀ ਬਹੁਤ ਅੱਗੇ ਆਉਂਦੀ ਹੈ। ਕਰਦੇ ਕਰਦੇ ਅਸੀਂ ਆਪਣੇ ਆਪ ਨੂੰ ਪਿੱਛੇ ਰੱਖ ਦਿੰਦੇ ਹਾਂ, ਕੁਛ ਆਪਣੀ ਖੁਆਇਸ਼ਾਂ ਨੂੰ ਵੀ ਪਿੱਛੇ ਕਰ ਦਿੰਦੇ ਹਾਂ ਕਈ ਵਾਰੀ, ਬਿਕੋਜ਼ ਇਸ ਤਰ੍ਹਾਂ ਹੀ ਹੁੰਦਾ। ਪਰ ਮੈਂ ਸਾਰਾ ਇੰਜੋਏ ਕਰਾਂ। ਇੱਕ ਬਹੁਤ ਹੀ ਜਦ ਮੈਂ ਆਪਣੇ ਮਾਂ ਬਾਪ ਦੀ ਬਹੁਤ ਹੀ ਲਾਡਲੀ ਬੇਟੀ ਸੀਗੀ। ਜਿਸ ਤਰ੍ਹਾਂ ਮਤਲਬ ਲੋਕ ਕਹਿੰਦੇ ਸੀਗੇ ਕਿ ਵੀ ਮੁੰਡਾ ਹੋਇਆ ਖੁਸ਼ੀ ਹੁੰਦੀ ਹੈ ਉਹਨਾਂ ਦੇ ਘਰ 'ਚ, ਮੇਰੇ ਹੋਣ 'ਤੇ ਕੁੜੀ ਹੋਣ 'ਤੇ ਖੁਸ਼ੀ ਹੋਈ ਸੀ ਅਤੇ ਮੇਰੀ ਲੋਹੜੀ ਮਨਾਈ ਗਈ ਸੀ ਕਿ ਬਈ ਸਾਡੇ ਘਰ 'ਚ ਜਿਹੜੀ ਆਈ ਹੈ ਸਾਡੀ ਬੇਟੀ, ਉਹ ਮਤਲਬ ਉਸ ਜ਼ਮਾਨੇ ਆਈ ਐਮ 53 ਈਅਰਸ ਓਲਡ। ਸੋ ਉਸ ਜ਼ਮਾਨੇ ਵਿੱਚ ਵੀ ਕਿ ਬਈ ਸਾਡੀ ਬੇਟੀ ਪੈਦਾ ਹੋਈ ਹੈ, ਬਹੁਤ ਵੱਡੀ ਚੀਜ਼ ਸੀਗੀ। ਐਂਡ ਉਹਨਾਂ ਨੇ ਇੰਜੋਏ ਕੀਤਾ ਅਤੇ ਮੈਂ ਬਹੁਤ ਹੀ ਹੱਸਮੁੱਖ ਅਤੇ ਇੰਜੋਏ ਕਰਨ ਵਾਲੀ ਸੀਗੀ। ਮੈਂ ਨੇਚਰ ਨੂੰ ਬੜਾ ਇੰਜੋਏ ਕੀਤਾ। ਮੈਨੂੰ ਫਲਾਵਰਸ, ਪੌਦੇ, ਪੇਂਟਿੰਗ ਕਰਨਾ ਸ਼ੁਰੂ ਤੋਂ ਬੜਾ ਪਸੰਦ ਸੀਗਾ। ਉਹ ਮੈਂ ਦੇਖ ਸਕਦੀ ਹਾਂ ਤੁਹਾਡੇ ਆਸੇ ਪਾਸੇ। ਜਦ ਅਸੀਂ ਇਸ ਘਰ ਦੇ ਵਿੱਚ ਐਂਟਰ ਹੋਏ ਸੀਗੇ, ਵਾਈਬਸ ਬਹੁਤ ਡਿਫਰੈਂਟ ਸੀਗੀਆਂ। ਸੋ ਮੈਂ ਸੀਰੀਅਸਲੀ ਮੈਂ ਖੁਦ ਬਹੁਤ ਸ਼ੌਕ ਸੀਗੀ ਤੁਹਾਡੇ ਨਾਲ ਗੱਲ ਕਰਕੇ, ਤੁਹਾਨੂੰ ਮਿਲ ਕੇ। ਜਿਵੇਂ ਤੁਸੀਂ ਆਪਣਾ ਸਟਰਗਲ ਦੱਸਿਆ ਅਤੇ ਹੁਣ ਤੁਸੀਂ ਮੇਰੇ ਨਾਲ ਬੈਠੇ ਹੋ, ਹਾਲਾਂਕਿ ਤੁਸੀਂ ਥੋੜ੍ਹੇ ਜਿਹੇ ਇਮੋਸ਼ਨਲ ਹੋਏ ਹੋਣੀ, ਬਟ ਸੀਰੀਅਸਲੀ ਮਤਲਬ ਮੈਂ ਇੰਡੀਆ ਦੀ ਗੱਲ ਕਰਾਂ, ਵਰਲਡ ਦੀ ਗੱਲ ਕਰਾਂ, ਜਦ ਕੈਂਸਰ ਆ ਜਾਂਦਾ ਹੈ ਨਾ, ਸੋ ਹਰ ਇਨਸਾਨ ਨੂੰ ਲੱਗਦਾ ਹੈ ਮੀਨਸ ਨੋ ਸਰਵਾਈਵਲ, ਨੋ ਰਿਕਵਰੀ ਰੇਟ। ਮਤਲਬ ਬਹੁਤ ਸਾਰੇ ਸਵਾਲ ਜ਼ਹਿਨ 'ਚ ਆਉਂਦੇ ਨੇ। ਇਨਸਾਨ, ਮੈਨੂੰ ਲੱਗਦਾ ਕਿਸੇ ਨਾਲ ਇੱਦਾਂ ਦਾ ਕੁਛ ਹੋਵੇ ਨਾ, ਪਰ ਜੇ ਰੱਬ ਨਾ ਕਰੇ ਇੱਦਾਂ ਦਾ ਕੁਛ ਹੋ ਰਿਹਾ ਤਾਂ ਆਈ ਥਿੰਕ ਇਨਸਾਨ ਨੂੰ ਤੁਹਾਡੇ ਵਰਗਾ ਬਣਨਾ ਚਾਹੀਦਾ ਹੈ। ਇੱਕ ਵਾਰ ਜ਼ਰੂਰ ਜਾਣਨਾ ਚਾਹਾਂਗੀ ਉਹ ਸਟਰਗਲ, ਕਿਉਂਕਿ ਪਿੰਕ ਅਕਤੂਬਰ ਤੁਸੀਂ ਕਿਹਾ ਲੇਡੀਜ਼ ਲਈ, ਵੀ ਹੈਵ ਟੂ ਲੁੱਕ ਪ੍ਰੀਟੀ, ਵੀ ਹੈਵ ਟੂ ਲੁੱਕ ਓਬਵੀਅਸਲੀ ਅਟਰੈਕਟਿਵ। ਕੁੜੀਆਂ ਲਈ, ਲੇਡੀਜ਼ ਲਈ ਇਹ ਚੀਜ਼ ਬਹੁਤ ਮੈਟਰ ਕਰਦੀ ਆ। ਹਰ ਦਿਨ ਅਸੀਂ ਸੋਹਣਾ ਲੱਗਣਾ ਚਾਹੁੰਦੇ ਹਾਂ, ਪਰ ਜਦ ਸੁਣਿਆ ਕਿ ਬ੍ਰੈਸਟ ਕੈਂਸਰ ਅਤੇ ਵਾਲ ਝੜਨਾ ਇੱਕ ਬਹੁਤ ਨੋਰਮਲ ਸਿੰਪਟਮ ਆ, ਸੋ ਜ਼ਹਿਨ ਦੇ ਵਿੱਚ ਆਇਆ ਨਹੀਂ ਕਿ ਮੈਂ ਹੁਣ ਕੀ ਕਰੂੰਗੀ ਲਾਈਫ ਦੇ ਵਿੱਚ ਅੱਗੇ। ਮਤਲਬ ਬਹੁਤ ਸਾਰੇ ਸਵਾਲ। ਆਮ ਸੌਰੀ ਆਈ ਹੈਵ ਟੂ ਆਸਕ ਇਟ, ਬਟ ਮੈਂ ਚਾਹੁੰਦੀ ਹਾਂ ਵੀ ਲੋਕਾਂ ਨੂੰ ਜ਼ਰੂਰ ਪਤਾ ਲੱਗੇ। ਅੱਛਾ, ਜਦ ਮੈਨੂੰ ਪਤਾ ਚੱਲਿਆ ਕਿ 2017 ਅਪ੍ਰੈਲ ਵਿੱਚ ਅਸੀਂ ਗਏ ਸੀਗੇ ਕਰਾਬੀ, ਅਤੇ ਉੱਥੇ ਥੋੜ੍ਹਾ ਜਿਹਾ ਫੀਲ ਹੋਇਆ ਕਿ ਥੋੜ੍ਹੀ ਚੇਂਜਿਸ ਆਏ ਹੋਏ ਨੇ। ਅਤੇ ਮੇਰੇ ਹਸਬੈਂਡ ਨੇ ਕਿਹਾ ਕਿ ਤੁਸੀਂ ਫੋਟੋਜ਼ ਜਾ ਕੇ ਆਪਣੇ ਆਪ ਨੂੰ ਦਿਖਾਓ।
ਮੇਰੇ ਬ੍ਰਦਰ ਡਾਕਟਰ ਹੈਗੇ ਨੇ, ਮੈਂ ਮੈਮੋਗ੍ਰਾਫੀ ਵਗੈਰਾ ਕਰਾਉਂਦੀ ਰਹਿੰਦੀ ਸੀਗੀ ਪਹਿਲਾਂ ਵੀ। ਵੈਰੀ ਬਹੁਤ ਹੀ ਜ਼ਿਆਦਾ ਕੌਨਸ਼ੀਅਸ ਸੀਗੀ ਇਸ ਗੱਲ ਤੋਂ ਲੈ ਕੇ। ਅਤੇ ਮੇਰੇ ਮਦਰ ਇਨ ਲਾਅ ਨੂੰ ਵੀ ਕੈਂਸਰ ਹੋਇਆ ਸੀਗਾ। ਹਾਂ ਪਰ ਉਹਨਾਂ ਦਾ ਫਰਸਟ ਸਟੇਜ ਸੀਗਾ, ਇੱਕ ਲੰਪ ਸੀਗਾ ਉਹਨਾਂ ਦੇ, ਅਤੇ ਲੰਪ ਕੱਢ ਦਿੱਤਾ ਸੀਗਾ, ਮੈਸੈਕਟਮੀ ਹੋਈ ਸੀ। ਅਤੇ ਥੋੜ੍ਹਾ ਬਹੁਤ ਕਹਿ ਲਓ ਅਵੇਅਰਨੈਸ ਸੀਗੀ ਇਸ ਕਰਕੇ। ਪਰ ਇਹ ਬਹੁਤ ਹੀ ਰੂਡ ਸ਼ੌਕ ਹੁੰਦਾ ਹੈ ਜਦ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਹਾਨੂੰ ਹੋ ਗਿਆ, ਕਿਸੇ ਹੋਰ ਨੂੰ ਹੋ ਗਿਆ, ਤੁਸੀਂ ਕਹਿੰਦੇ ਹੋ ਉਹਨੂੰ ਹੋਇਆ ਸੀ, ਹੈ ਨਾ। ਪਰ ਤੁਸੀਂ ਕਹੋਗੇ ਕਿ ਮੈਨੂੰ ਹੋ ਗਿਆ, ਉਹ ਥੋੜ੍ਹਾ ਜਿਹਾ ਡਿਫਿਕਲਟ ਹੁੰਦਾ ਹੈ ਡਾਈਜੈਸਟ ਕਰਨਾ। ਅਤੇ ਉਹ ਡਿਫਿਕਲਟ ਹੁੰਦਾ ਹੈ ਕਿ ਬਈ ਤੁਹਾਨੂੰ ਹੋ ਗਿਆ। ਪਰ ਕਹਿ ਲਓ ਮੈਨੂੰ ਜਦ ਪਤਾ ਚੱਲਿਆ, ਮੇਰੀ ਬਾਇਓਪਸੀ ਹੋਈ, ਅਤੇ ਮੈਨੂੰ ਤਾਂ ਪਤਾ ਨਹੀਂ ਚੱਲਿਆ, ਪਰ ਮੇਰੇ ਹਸਬੈਂਡ ਨੂੰ ਅਤੇ ਮੇਰੇ ਫੈਮਲੀ ਨੂੰ ਪਤਾ ਚੱਲਿਆ ਕਿ ਕੈਂਸਰ ਹੈ। ਪਹਿਲੇ ਨਾ ਤੁਹਾਨੂੰ ਐਕਸੈਪਟ ਕਰਨਾ ਪੈਂਦਾ ਕਿ ਤੁਹਾਨੂੰ ਕੁਝ ਹੋ ਗਿਆ, ਠੀਕ ਹੈ। ਉਹ ਐਕਸੈਪਟ ਕਰ ਲਓਗੇ ਤਾਂ ਜ਼ਿਆਦਾ ਬੈਟਰ ਹੁੰਦਾ, ਮੈਨੂੰ ਇਹ ਲੱਗਦਾ। ਅਤੇ ਜਦ ਮੈਨੂੰ ਹੋਸ਼ ਆਈ, ਜਨਰਲ ਐਨਸਥੀਸੀਆ ਵਿੱਚ ਹੋਈ ਸੀਗੀ ਮੇਰੀ ਬਾਇਓਪਸੀ, ਅਤੇ ਜਦ ਮੈਨੂੰ ਹੋਸ਼ ਆਈ ਅਤੇ ਮੈਂ ਆਪਣਾ ਫ਼ੋਨ ਮੰਗਿਆ ਮੇਰੇ ਬੇਟੇ ਕੋਲੋਂ। ਉਹਨੇ ਮੈਨੂੰ ਦੇ ਦਿੱਤਾ ਫ਼ੋਨ, ਅਤੇ ਮੈਨੂੰ ਪਤਾ ਚੱਲਿਆ ਕਿ ਮੇਰੀ ਭਾਬੀ ਨੇ ਲਿਖਿਆ ਹੋਇਆ ਸੀ ਉਹਦੇ ਵਿੱਚ ਕਿ ਬਈ ਮੈਨੂੰ ਕੈਂਸਰ ਹੋ ਗਿਆ। ਅਤੇ ਮੈਂ ਪੁੱਛਿਆ ਕਿ ਕੀ ਹੈ, ਉਹਨੇ ਕਿਹਾ ਨਹੀਂ ਕੁਝ ਇਸ ਤਰ੍ਹਾਂ ਨਹੀਂ ਹੈ ਮਮਾ, ਡੋਂਟ ਵਰੀ। ਅਤੇ ਫਿਰ ਮੇਰੇ ਬ੍ਰਦਰ ਆ ਗਏ। ਫਿਰ ਮੈਨੂੰ ਪਤਾ ਚੱਲਿਆ ਕਿ ਮੇਰੇ ਹਸਬੈਂਡ ਦੀ ਤਾਂ ਲੜਾਈ ਹੋ ਗਈ ਡਾਕਟਰ ਨਾਲ। ਉਹ ਕਹਿੰਦੇ ਇਹਨਾਂ ਨੂੰ ਕੁਝ ਨਹੀਂ ਹੋ ਸਕਦਾ, ਇਹ ਤਾਂ ਸਾਰੇ ਦਿਨ ਦੂਜਿਆਂ ਨਾਲ ਲੜਦੀ ਫਿਰਦੀ ਹੈ, ਇਹਨੂੰ ਕਿਸ ਤਰ੍ਹਾਂ ਕੁਝ ਹੋਏਗਾ। ਸੋ ਉਹਨਾਂ ਦੀ ਡਾਕਟਰ ਨੇ ਮੈਨੂੰ ਦੱਸਿਆ ਬਾਅਦ ਵਿੱਚ ਕਿ ਤੁਹਾਡੇ ਹਸਬੈਂਡ ਤਾਂ ਮੇਰੇ ਕੋਲ ਲੜ ਪਏ ਕਿ ਬਈ ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ ਇਹਨਾਂ ਨੂੰ। ਅਤੇ ਪਰ ਐਨੀਵੇ ਮੈਂ ਐਕਸੈਪਟ ਕੀਤਾ ਇਹ ਫੈਕਟ ਨੂੰ। ਥੋੜ੍ਹਾ ਟਾਈਮ ਮੈਨੂੰ ਲੱਗਿਆ। 4 ਵਜੇ ਸਵੇਰੇ ਮੇਰੀ ਨੀਂਦ ਖੁੱਲ੍ਹ ਗਈ, ਮਤਲਬ ਆਈ ਸਟੇਡ ਦ ਨਾਈਟ ਦੇਅਰ, ਉੱਥੇ ਹੀ ਮੈਂ ਰਹੀ ਫੋਰਟਿਸ ਵਿੱਚ। ਸਵੇਰੇ ਜਦ ਮੈਂ ਉੱਠੀ ਅਤੇ ਉਹਨਾਂ ਨੇ ਕਿਹਾ ਸੀਗਾ ਕਿ ਮੇਰਾ ਪੈਟ ਸਕੈਨ ਹੋਣਾ ਹੈ। ਪੈਟ ਸਕੈਨ ਵਿੱਚ ਪਤਾ ਚੱਲ ਜਾਂਦਾ ਤੁਹਾਡਾ ਕਿ ਬਈ ਕਿੰਨਾ ਹੈ ਜਾਂ ਨਹੀਂ ਹੈ, ਬਿਕੋਜ਼ ਤੁਹਾਨੂੰ ਇਹ ਐਕਸੈਪਟ ਕਰਨਾ ਬਹੁਤ ਜ਼ਰੂਰੀ ਹੈ ਕਿ ਹੈਗਾ ਪਹਿਲਾਂ, ਹੈ ਨੋ। ਫਿਰ ਜਦ ਮੈਨੂੰ ਪਤਾ ਚੱਲ ਗਿਆ, ਪੈਟ ਸਕੈਨ ਵਿੱਚ ਆ ਗਿਆ ਕਿ ਹੈ, ਅਤੇ ਉਹਨਾਂ ਨੇ ਕਿਹਾ ਕਿ ਵੀ ਮੈਸੈਕਟਮੀ ਕਰਨੀ ਪੈਣੀ ਹੈ ਕਿਉਂਕਿ ਕਈਆਂ ਦੀ ਲੰਪੈਕਟਮੀ ਹੁੰਦੀ ਹੈ। ਅਗਰ ਕੋਈ ਲੰਪ ਹੋਏ, ਇੱਕ ਲੰਪ ਹੋਏ, ਅਤੇ ਉਹ ਪ੍ਰੋਸੀਜਰ ਨਾਲ ਕੱਢ ਦਿੰਦੇ ਨੇ, ਬ੍ਰੈਸਟ ਰਿਮੂਵ ਨਹੀਂ ਕਰਦੇ। ਪਰ ਇੱਧਰ ਇਹ ਹਾਲ ਸੀਗਾ ਕਿ ਉਹ ਫੈਲ ਗਿਆ ਸੀਗਾ, 3rd ਐਡਵਾਂਸ ਸਟੇਜ ਸੀਗੀ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਕਰਨੀ ਤਾਂ ਪਏਗੀ ਵੈਸੈਕਟਮੀ। ਅਤੇ ਮੇਰਾ ਸ਼ੋਅ ਸੀਗਾ ਜੀ, ਮਤਲਬ ਆਈ ਵਾਜ਼ ਵੇਟਿੰਗ ਫੋਰ ਵੈਂਡਲ ਰੋਡਰਿਕ ਦਾ ਸ਼ੋਅ ਸੀਗਾ ਡਿਜ਼ਾਈਨ। ਸੌਰੀ, ਮੈਂ ਤੁਹਾਨੂੰ ਇੱਥੇ ਇੰਟਰਪਟ ਕਰਨਾ ਚਾਹਾਂਗੀ। ਸ਼ਾਇਦ ਇਹ ਦੱਸਣਾ ਭੁੱਲ ਗਏ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਐਗਜ਼ੀਬਿਸ਼ਨ ਸ਼ੁਰੂ ਕੀਤੇ ਸੀ ਉਹਨਾਂ ਨੇ ਕੀਤੇ ਸੀ, ਤੁਸੀਂ ਸਾਡੇ ਪਿੱਛੇ ਵੀ ਜਿਹੜੀ ਕਲਾਕਾਰੀ ਦੇਖ ਰਹੇ ਹੋ, ਮੈਂ ਕਿਹਾ ਸੀ ਨਾ ਸਟਾਰਟਿੰਗ ਦੇ ਵਿੱਚ ਕਿ ਉਹ ਵਾਈਬਸ ਬਹੁਤ ਡਿਫਰੈਂਟ ਆ। ਅੰਦਰ ਤੁਹਾਡਾ ਘਰ ਇੰਨਾ ਸੋਹਣਾ, ਆਈ ਫੀਲ ਲਾਈਕ ਮੈਂ ਬਹੁਤ ਅਲੱਗ ਜਗ੍ਹਾ 'ਤੇ ਆ ਚੁੱਕੀ ਹਾਂ, ਮੈਂ ਕਿਸੇ ਦੇ ਘਰ 'ਚ ਨਹੀਂ ਹਾਂ। ਅਤੇ ਜੀ ਮੈਂ ਤੁਹਾਨੂੰ ਇੰਟਰਪਟ ਕੀਤਾ, ਇੱਕ ਵਾਰ ਦੱਸ ਦਿਓ ਜ਼ਰਾ, ਇਹ ਬਹੁਤ ਹੀ ਕਿੱਸਾ ਸੁਣਨ ਵਾਲਾ ਹੈ ਇਹਨਾਂ ਦਾ, ਕਿ ਤੁਸੀਂ ਆਪਣੇ ਮੂੰਹ ਤੋਂ ਦੱਸ ਦਿਓ। ਮੈਂ ਬੜੀ ਦੇਰ ਤੋਂ ਨਾ ਤਿਆਰੀ ਕਰ ਰਹੀ ਸੀਗੀ ਕਿ ਮੈਂ ਡਿਜ਼ਾਈਨਰ ਵੈਂਡਲ ਰੋਡਰਿਕਸ ਨੂੰ ਮਿਲਣਾ ਸੀਗਾ। ਉਹਨਾਂ ਦੇ ਸਾਰੇ ਸ਼ੋਅਜ਼ ਦੇਖਦੀ ਸੀਗੀ ਮੈਂ। FDCI ਵਿੱਚ ਜਾ ਕੇ ਬੜੇ ਸਾਰੇ ਡਿਜ਼ਾਈਨਰਸ ਨੂੰ ਮਿਲਦੀ ਸੀਗੀ, ਅਤੇ ਬੈਕ ਹੈਂਡ ਮੈਂ ਪੇਂਟਿੰਗ ਕੀਤੀ ਹੋਈ ਹੈ। ਇੱਕ ਸੀਗੇ ਡਿਜ਼ਾਈਨਰ, ਹੁਣ ਮੈਨੂੰ ਨਾਮ ਥੋੜ੍ਹਾ ਭੁੱਲ ਰਿਹਾ, ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਵਾਸਤੇ ਪੇਂਟ ਕਰਕੇ ਦਿਓ, ਬਿਕੋਜ਼ ਮੇਰੀ ਕੋਈ ਇਸ ਤਰ੍ਹਾਂ ਇੰਡਸਟਰੀ 'ਤੇ ਹੈ ਨਹੀਂ ਹੈ, ਜਾਂ ਸੈਟਅਪ ਨਹੀਂ ਹੈਗਾ। ਸੋ ਸੈਟਅਪ ਨਾ ਹੋਣ ਕਾਰਨ ਮੈਂ ਪ੍ਰੋਪਰ ਜਿਹੜੇ FDCI ਵਿੱਚ ਪਾਰਟੀਸਪੇਟ ਨਹੀਂ ਕਰ ਸਕਦੀ। ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਡੇ ਵਾਸਤੇ ਕਰੋ ਕੁਛ, ਅਤੇ ਉਹਦੇ ਬਾਅਦ ਮੇਰੀ ਰੈਗੂਲਰ ਫੀਚਰ ਹੋ ਗਈ ਕਿ ਮੈਂ FDCI ਵਿੱਚ ਜਦ ਵੀ ਸ਼ੋਅਜ਼ ਹੁੰਦੇ ਸੀਗੇ ਮੈਂ ਜਾਂਦੀ ਸੀਗੀ, ਅਤੇ ਕਾਫੀ ਸਾਰੇ ਡਿਜ਼ਾਈਨਰਸ ਨੂੰ ਮੈਂ ਜਾਣਨ ਲੱਗ ਗਈ। ਅਤੇ ਆਈ ਵਾਜ਼ ਵੈਰੀ ਫੌਂਡ ਆਫ ਵੈਂਡਲ ਰੋਡਰਿਕਸ।
ਉਹਨਾਂ ਦੀ ਕ੍ਰੀਏਸ਼ਨ, ਉਹਨਾਂ ਨੂੰ ਬੜਾ ਇੰਸਪਾਇਰ ਕਰਦੇ ਸੀਗੇ ਮੈਨੂੰ। ਅਤੇ ਉਹਨਾਂ ਦਾ ਸ਼ੋਅ ਜਿਹੜਾ ਸੀਗਾ ਉਹ ਸੀਗਾ 29th ਆਫ April ਨੂੰ। 27th ਨੂੰ ਮੇਰੀ ਬਾਇਓਪਸੀ ਹੋਈ ਸੀਗੀ, ਅਤੇ ਮੈਂ ਡਾਕਟਰ ਨੂੰ ਕਿਹਾ ਕਿ ਮੈਨੂੰ 29th ਦਾ ਸ਼ੋਅ ਦੇਖਣ ਦਿਓ, ਮੈਨੂੰ ਮਿਲਣ ਦਿਓ, ਮੈਂ ਕੁਝ ਤਿਆਰੀ ਕੀਤੀ ਹੋਈ ਹੈ ਮੈਂ ਵੇਟ ਕਰ ਰਹੀ ਹਾਂ ਉਹ ਸ਼ੋਅ ਦੀ, ਅਤੇ ਤੁਸੀਂ ਮੈਨੂੰ ਉਹ ਮਿਲਣ ਦਿਓ, ਮੈਂ 30th ਨੂੰ ਤੁਹਾਡੇ ਕੋਲ ਆ ਜਾਵਾਂਗੀ। ਅਤੇ ਫਿਰ ਉਹਨਾਂ ਨੇ ਕਿਹਾ ਠੀਕ ਹੈ ਜੀ। ਮੈਂ ਇਹ ਵੀ ਨਹੀਂ ਸੋਚਿਆ, ਮੈਂ ਕਿਸੇ ਹੋਰ ਨੂੰ ਵੀ ਨਹੀਂ ਕੰਸਲਟ ਕੀਤਾ ਕਿ ਜ਼ਰੂਰੀ ਹੈ ਨਹੀਂ ਹੈ, ਮੈਂ ਬਸ ਉਹਨਾਂ ਨੂੰ ਕਹਿ ਦਿੱਤਾ, ਕਮਿਟ ਕਰ ਦਿੱਤਾ ਕਿ ਮੈਂ ਤੁਹਾਡੇ ਕੋਲ ਆ ਰਹੀ ਹਾਂ। ਅਤੇ ਮੈਂ ਬੜਾ ਇੰਜੋਏ ਕੀਤਾ ਉਹਨਾਂ ਦਾ ਸ਼ੋਅ ਪਹਿਲੇ, ਐਂਡ ਪਿਕਚਰਸ ਖਿਚਾਈਆਂ। ਦੇ ਆਰ ਮਾਈ ਟ੍ਰੈਜਰਡ ਪਿਕਚਰਸ। ਵੈਂਡਨ ਰੋਡਰਿਕਸ ਇਜ਼ no more now. He died on 12th of February this year. Okay, so but he was my mentor. So ਤਦੋਂ ਬੜਾ ਅੱਛਾ ਲੱਗਿਆ, ਬੜਾ ਇੰਜੋਏ ਕੀਤਾ। ਮੇਰੀ ਸਾਰੀ ਫੈਮਿਲੀ ਗਈ ਉਸ ਸ਼ੋਅ ਵਿੱਚ, ਐਂਡ ਮੇਰੀ ਡਾਟਰ ਨੇ ਵੀ ਪਿਕਚਰਸ ਖਿਚਾਈਆਂ, ਅਤੇ ਬੜਾ ਅੱਛਾ ਲੱਗਿਆ। ਫਿਰ 30th ਨੂੰ ਮੈਂ ਉਹਨਾਂ ਨੇ ਕਿਹਾ ਕਿ 1st ਨੂੰ ਆਈਲ ਬੀ ਰੈਡੀ ਟੂ ਕਮ। 6 ਵਜੇ 1st May ਨੂੰ ਮੈਂ ਆਈ ਵਾਜ਼ ਔਨ ਦ ਟੇਬਲ, ਐਂਡ ਆਈ ਵਾਜ਼ ਓਵਰ ਵਿਦ ਇਟ। ਸੋ ਜਿਹੜੇ ਡਾਕਟਰ ਸੀਗੇ, ਡਾਕਟਰ ਵਿਗ, ਬੜਾ ਫਰਕ ਪੜਦਾ ਹੈ ਜਦ ਤੁਹਾਡਾ ਡਾਕਟਰ ਤੁਹਾਨੂੰ ਸਪੋਰਟ ਕਰਦਾ, ਤੁਹਾਨੂੰ ਅੰਡਰਸਟੈਂਡ ਕਰਦਾ। ਪਹਿਲਾਂ ਤਾਂ ਸਾਨੂੰ ਕੌਨਫੀਡੈਂਸ ਰੱਖਣਾ ਚਾਹੀਏ ਆਪਣੇ ਡਾਕਟਰ 'ਤੇ, ਆਪਣੇ ਉੱਪਰ ਤਾਂ ਰੱਖਣਾ ਹੀ ਚਾਹੀਦਾ। ਤੁਹਾਡਾ ਖੁਦ ਦਾ ਜਿਹੜਾ ਕਾਰਜ ਹੁੰਦਾ ਹੈ ਉਹ ਤੁਹਾਨੂੰ ਕਿੱਥੇ ਵੀ ਲਿਜਾ ਸਕਦਾ। ਤੁਸੀਂ ਸੋਚੋ ਕਿ ਹਾਏ ਮੈਨੂੰ ਇਹ ਹੋ ਗਿਆ, ਅਤੇ ਤੁਹਾਨੂੰ ਬੁਖਾਰ ਵੀ ਲੈ ਡੁੱਬੇਗਾ। ਤੁਹਾਨੂੰ ਇਹ ਸੋਚਣਾ ਮੈਨੂੰ ਹੋਇਆ ਤੇ ਕੀ ਹੋਇਆ, ਅਸੀਂ ਨਿਕਲ ਜਾਵਾਂਗੇ, ਕਿਉਂਕਿ ਇਹ ਤੁਹਾਡੀ ਆਪਣੀ ਸੋਚ ਹੈ। ਕੈਂਸਰ ਜਿਹੜਾ ਵਰਡ ਹੈਗਾ ਉਹ ਇੰਨਾ ਜ਼ਿਆਦਾ ਸਟਰੋਂਗ ਵਰਡ ਹੈਗਾ ਹੈ ਕਿ ਜਿਸ ਤਰ੍ਹਾਂ ਅਸੀਂ ਸੁਣਦੇ ਹਾਂ ਕੈਂਸਰ, ਉਹ ਸਾਡੇ ਰੋਂਗਟੇ ਖੜੇ ਕਰ ਦਿੰਦਾ ਹੈ, ਲੱਗਦਾ ਹੁਣ ਅਸੀਂ ਬਚਾਂਗੇ ਨਹੀਂ। ਪਰ ਇਸ ਤਰ੍ਹਾਂ ਨਹੀਂ ਹੈ। ਤੁਹਾਨੂੰ ਆਪਣੇ ਆਪ 'ਤੇ ਕੌਨਫੀਡੈਂਸ ਰੱਖਣਾ ਪਏਗਾ ਕਿ ਤੁਸੀਂ ਨਿਕਲ ਜਾਓਗੇ। ਡਰਨਾ ਨਹੀਂ ਹੈ, ਇਹ ਡਰਾ ਨਹੀਂ ਸਕਦਾ ਤੁਹਾਨੂੰ। ਤੁਹਾਨੂੰ ਇਹਨੂੰ ਡਰਾਉਣਾ ਅਤੇ ਇਹਨੂੰ ਬਾਹਰ ਸੁੱਟਣਾ, ਕਿਉਂਕਿ ਕੈਂਸਰ ਸੈਲਸ ਤਾਂ ਸਾਡੇ ਬੋਡੀ ਵਿੱਚ ਹੁੰਦੇ ਹੀ ਨੇ, ਅਤੇ ਅਸੀਂ ਉਹਨੂੰ ਫਾਈਟ ਕਰਕੇ ਬਾਹਰ ਕੱਢ ਦੇਣਾ। ਜਿਸ ਤਰ੍ਹਾਂ ਤੁਹਾਡੇ ਜਿਹੜੀ ਵਾਰ ਹੁੰਦੀ ਹੈ, ਇਹੀ ਸਿੱਖਿਆ ਮੈਂ। ਤੇ ਤੁਸੀਂ ਆਈ ਸਿੱਖਿਆ, ਅਤੇ ਮੈਨੂੰ ਲੱਗਦਾ ਬਹੁਤ ਸਟਰੋਂਗ ਬਣਾਇਆ ਹੋਏਗਾ ਇੱਕ ਆਰਮੀ ਆਫਿਸਰ ਦੀ ਵਾਈਫ, ਐਂਡ ਦੈਨ ਕੈਂਸਰ ਪੇਸ਼ੈਂਟ ਸਰਵਾਈਵਲ। 'ਤੇ ਸੁਣ ਕੇ ਮੇਰੇ ਰੌਂਗਟੇ ਖੜੇ ਹੋ ਗਏ ਕਿ ਤੁਹਾਨੂੰ ਜਿਹੜਾ ਆ ਕੈਂਸਰ ਡਾਇਗਨੋਸ ਹੋਇਆ ਅਤੇ ਤੁਸੀਂ 2 ਦਿਨ ਲਈ ਹੌਸਪੀਟਲ ਤੋਂ ਛੁੱਟੀ ਲੈ ਕੇ ਆਪਣਾ ਸ਼ੋਅ ਲਾਉਣ ਜਾ ਰਹੇ ਹੋ। ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਜਦ ਇਹੋ ਜਿਹਾ ਕੁਛ ਪਤਾ ਲੱਗਦਾ ਹੈ ਤਾਂ ਅਸੀਂ ਆਪਣੇ ਆਪ ਨੂੰ ਸਾਹਮਣਾ ਬਹੁਤ ਔਖਾ ਹੁੰਦਾ ਹੈ। ਅਤੇ ਤੁਸੀਂ ਕਿਹਾ ਡਾਕਟਰ ਦਾ ਕੌਨਫੀਡੈਂਸ ਹੋਣਾ ਕਿ ਡਾਕਟਰ ਤੁਹਾਡਾ ਚੰਗਾ ਆ, ਉਸ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਸਪੋਰਟ ਤੁਹਾਡੀ ਗੱਲਾਂ ਤੋਂ ਲੱਗ ਰਿਹਾ ਫੈਮਿਲੀ ਨੇ ਜ਼ਰੂਰ ਕੀਤਾ ਹੈ, ਬਟ ਉਹ ਮੂਮੈਂਟ ਕਿਹੋ ਜਿਹਾ ਸੀਗਾ, ਬੱਚਿਆਂ ਦਾ ਸਪੋਰਟ, ਉਹਨਾਂ ਦਾ ਰਿਐਕਸ਼ਨ, ਹਸਬੈਂਡ ਦਾ ਰਿਐਕਸ਼ਨ, ਮੈਂ ਜ਼ਰੂਰ ਜਾਣਨਾ ਚਾਹੁੰਦੀ। ਅੱਛਾ, ਜਦ ਮੈਨੂੰ ਪਤਾ ਚੱਲਿਆ, ਪਹਿਲਾਂ ਤਾਂ ਮੇਰਾ ਬੇਟਾ ਮੇਰੇ ਨਾਲ ਹੀ ਬੈਠਾ ਹੋਇਆ ਸੀਗਾ। ਜਦ ਮੈਨੂੰ ਫੋਨ 'ਤੇ ਮੈਂ ਮੈਸੇਜ ਪੜ੍ਹਿਆ ਕਿ ਹੈਗਾ, ਅਤੇ ਮੇਰੇ ਬੇਟੇ ਨੇ ਕਿਹਾ ਮੰਮਾ ਕੁਛ ਨਹੀਂ ਹੋਇਆ ਤੁਹਾਨੂੰ ਪਤਾ ਹੈ ਐਂਜਲਾ ਜੋਲੀ ਦੇ ਦੋਨੋਂ ਬ੍ਰੈਸਟ ਰਿਮੂਵਡ ਹੈਗੇ ਨੇ, ਹੈ, ਅਤੇ ਕੁਛ ਨਹੀਂ ਹੁੰਦਾ। ਸੋ ਯੂ ਵਿਲ ਬੀ ਅ ਪਰਸਨੈਲਿਟੀ। So then he did a lot of Google search. ਬੱਚਿਆਂ ਅੱਜ ਕੱਲ੍ਹ ਗੂਗਲ ਸਰਚ ਬਹੁਤ ਕਰਦੇ ਨੇ, ਅਤੇ ਉਹਨਾਂ ਨੇ ਸਰਚ ਕੀਤਾ। ਮੇਰੇ ਹਸਬੈਂਡ ਹੀ ਵਾਜ਼ ਸ਼ੇਕਨ। ਉਹ ਦਿਖਦੇ ਬੜੇ ਸਟਰੋਂਗ ਨੇ, ਆਰਮੀ ਆਫਿਸਰ ਨੇ, ਬਟ ਜਦ ਫੈਮਿਲੀ ਦੀ ਗੱਲ ਆਉਂਦੀ ਹੈ ਕਿਤੇ ਨਾ ਕਿਤੇ ਉਹ ਬਹੁਤ ਜ਼ਿਆਦਾ ਵੀਕ ਨੇ। ਆਈ ਥਿੰਕ ਉਹ ਸਭ ਤੋਂ ਜ਼ਿਆਦਾ ਵੀਕ ਨੇ। ਮੇਰੇ ਫਾਦਰ ਸਭ ਤੋਂ ਵੀਕ ਨੇ। ਜਿਹੜੇ ਸਭ ਤੋਂ ਜ਼ਿਆਦਾ ਸਟਰੋਂਗ ਦਿਖਦੇ ਨੇ ਨਾ ਇਹ ਆਦਮੀ, ਉਹ ਸਭ ਤੋਂ ਜ਼ਿਆਦਾ ਵੀਕ ਹੁੰਦੇ ਨੇ, ਮੈਨੂੰ ਲੱਗਦਾ ਕਿਤੇ ਨਾ ਫੈਮਿਲੀ ਨੂੰ ਲੈ ਕੇ। ਅਤੇ ਉਹ ਨਹੀਂ ਦੇਖ ਪਾਏ ਉਹਨਾਂ ਦੀ। ਪਰ ਫਿਰ ਮੈਂ ਉਹਨਾਂ ਨੂੰ ਕਿਹਾ ਮੈਨੂੰ ਕੁਛ ਹੋਇਆ ਹੀ ਨਹੀਂ ਹੈ, ਅਤੇ ਫਿਰ ਵਾਈ ਆਰ ਯੂ ਵਰਿਡ, ਬਟ ਮਾਈ ਡਾਟਰ ਵਾਜ਼ ਸ਼ੇਕਨ। ਡਾਟਰ ਨੂੰ ਬੜਾ ਧੱਕਾ ਲੱਗਿਆ ਇਸ ਗੱਲ ਦਾ, ਕਿਉਂਕਿ ਉਹ ਨਾ ਐਗਜ਼ਾਮਸ ਦੇ ਰਹੀ ਸੀ ਬਾਹਰ ਜਾਂਦੇ, ਸੈਟ ਦੇ ਐਗਜ਼ਾਮਸ ਦੇ ਰਹੀ ਸੀ, ਤਿਆਰੀਆਂ ਕਰ ਰਹੀ ਸੀਗੀ। ਬਹੁਤ ਹੀ ਬ੍ਰਿਲੀਅੰਟ ਬੱਚਾ ਮੇਰਾ,
ਤੇ ਉਹਨੇ ਇੱਕ ਦਿਨ ਮੈਨੂੰ ਪੁੱਛਦੀ ਹੈ ਕਿ ਮੰਮਾ ਤੁਸੀਂ ਇਕੋਨੋਮਿਸਟ ਇੰਡੀਆ ਦੇ ਕਿਸ ਤਰ੍ਹਾਂ ਬਣ ਸਕਦੇ ਹੋ, ਜਿਹੜੇ ਹੋਮ ਮਿਨਿਸਟਰ ਜਾਂ ਵੈਲਥ ਮਿਨਿਸਟਰ, ਜਾਂ ਮਤਲਬ ਕਿਸ ਤਰ੍ਹਾਂ ਬਣ ਸਕਦੇ ਹੋ। ਆਈ ਸੈਡ ਉਸ ਟਾਈਮ ਤੇ ਅਰੁਣ ਜੇਟਲੀ ਜੀ ਸੀਗੇ, ਹੀ ਵਾਜ਼ ਤੋ ਸ਼ੀ ਆਸਕਡ ਮੀ, ਉਹਨੇ ਮੈਨੂੰ ਪੁੱਛਿਆ ਕੁਆਲੀਫਿਕੇਸ਼ਨਸ ਕੀ ਹੁੰਦੀਆਂ ਨੇ। I want to be that. She says I want to change, ਮੈਂ ਇਕੋਨਮੀ ਇੰਡੀਆ ਦੀ ਚੇਂਜ ਕਰਨਾ ਚਾਹੁੰਦੀ ਹਾਂ ਕਿ ਕਿਸ ਤਰ੍ਹਾਂ ਅਸੀਂ ਹੈਲਪ ਕਰ ਸਕਦੇ ਹਾਂ। ਸ਼ੀ ਇਜ਼ ਅ ਵੰਡਰਫੁਲ ਚਾਈਲਡ, ਬਟ ਉਹ ਬਹੁਤ ਡਿਸਟਰਬ ਹੋਈ ਹੈ ਇਹਨੂੰ ਲੈ ਕੇ, ਬਿਕੋਜ਼ ਬੱਚਿਆਂ ਦੇ ਡ੍ਰੀਮਸ ਹੁੰਦੇ ਨੇ, ਹੈ ਨਾ। ਅਤੇ ਉਹਨੂੰ ਇੱਕਦਮ ਦੇ ਲੱਗੇ ਕਿ 12ਵੀਂ ਮੇਰੀ ਕਲਾਸ ਦਾ ਐਗਜ਼ਾਮ, ਮੇਰੀ ਮੰਮਾ ਬਿਮਾਰ ਹੋ ਗਈ, ਪਤਾ ਨਹੀਂ ਕੱਲ੍ਹ ਨੂੰ ਬਚੇਗੀ ਵੀ ਇਹ ਨਹੀਂ। ਉਹ ਦਿਮਾਗ ਵਿੱਚ ਸੀਗਾ, ਉਹਨੇ ਕਦੇ ਦਿਖਾਇਆ ਨਹੀਂ, ਪਰ ਉਹਦੇ ਦਿਮਾਗ ਵਿੱਚ ਡੈਫੀਨੇਟਲੀ ਪਲੇ ਕਰ ਰਿਹਾ ਸੀਗਾ। ਤੇ but they were beautiful. My children, my parents, my in-laws, they were all, ਉਹ ਬੜੇ ਚੰਗੇ, ਉਹਨਾਂ ਨੇ ਮੈਨੂੰ ਟਰੀਟ ਕੀਤਾ, ਉਹਨਾਂ ਨੇ ਮੈਨੂੰ ਸਮਝਿਆ ਅਤੇ ਉਹਨੂੰ ਮੈਨੂੰ ਹਿੰਮਤ ਦਿੱਤੀ। ਮੇਰੀ ਮੰਮਾ ਨੇ ਤਾਂ ਬਹੁਤ ਜ਼ਿਆਦਾ ਖਾਣੇ ਬਣਾਏ ਮੇਰੇ ਵਾਸਤੇ ਅਤੇ ਮੈਨੂੰ ਟਾਈਮ ਮਿਲਿਆ ਆਪਣੇ ਵਾਸਤੇ, ਜਿੱਥੇ ਟਾਈਮ ਜਿਹੜੇ ਦੌੜ ਵਿੱਚ ਕਿਤੇ ਛੁਪ ਗਿਆ ਸੀਗਾ। ਪਤਾ ਇੰਨੀ ਜਦ ਤੁਸੀਂ ਇਵੈਂਟਸ ਔਰਗੇਨਾਈਜ਼ ਕਰਦੇ ਹੋ, ਤੁਹਾਡੇ ਕੋਲ ਕਿੰਨਾ ਟਾਈਮ ਹੁੰਦਾ ਆਪਣੇ ਵਾਸਤੇ, ਹੈ ਨਾ। ਅਤੇ ਮੈਨੂੰ ਆਪਣੇ ਬੱਚੇ ਵੀ ਦੇਖਣੇ ਸੀਗੇ, ਮੈਂ ਹਸਬੈਂਡ ਬਾਹਰ ਰਹਿੰਦੇ ਸੀਗੇ ਜ਼ਿਆਦਾ, ਅਤੇ ਬੱਚਿਆਂ ਨੂੰ ਦੇਖਣਾ, ਉਹਨਾਂ ਦੀ ਪੜ੍ਹਾਈ ਸ਼ੁਰੂ ਤੋਂ ਦੇਖਣੀ, ਅਤੇ ਸਾਰਾ ਕੁਛ ਕਰਨਾ, ਉਹ ਮੈਨੇਜ ਕਰਨਾ ਸਾਰਾ ਕੁਛ। ਇਸ ਵਾਸਤੇ ਮੈਂ ਘਰੇ ਹੀ ਕੰਮ ਕੀਤਾ ਆਪਣੇ, ਜ਼ਿਆਦਾਤਰ ਮੈਂ ਆਪਣੇ ਘਰ ਨੂੰ ਹੀ ਆਪਣਾ ਆਫਿਸ ਬਣਾਇਆ, ਤਾਂ ਕਿ ਮੈਂ ਬੱਚਿਆਂ ਵੀ ਦੇਖ ਸਕਾਂ ਅਤੇ ਬਾਕੀ ਦੀ ਚੀਜ਼ਾਂ ਵੀ ਕਰ ਸਕਾਂ। ਪਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਥੋੜ੍ਹੀ ਜਿਹੀ ਜ਼ਿੰਦਗੀ ਛੁੱਟ ਗਈ ਸੀਗੀ ਮੇਰੀ, ਅਤੇ ਉਸ ਮਹੀਨੇ ਵਿੱਚ ਮੈਂ ਸੋਚਿਆ ਮੈਂ ਡਾਂਸ ਵੀ ਸਿੱਖਣਾ ਹੈ, ਕੱਥਕ ਮੈਂ ਆਪਣਾ ਸਿਤਾਰ ਵੀ ਸਟਾਰਟ ਕਰਨਾ ਹੈ, ਮੈਂ ਇਹ ਵੀ ਕਰਨਾ ਹੈ, ਮੈਂ ਉਹ ਵੀ ਕਰਨਾ ਹੈ। ਮਤਲਬ ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਕੁਛ ਛੁੱਟਣਾ ਨਹੀਂ ਚਾਹੀਦਾ ਹੁਣ, ਅਬ ਤੁਸੀਂ ਇੱਕ ਇੱਕ ਮੋਮੈਂਟ ਇੰਜੋਏ ਕਰਨਾ ਚਾਹੁੰਦੇ ਹੋ। ਸੋ ਜਦ ਮੈਨੂੰ ਪਤਾ ਚੱਲਿਆ, ਮੈਂ ਡਾਕਟਰ ਨੂੰ ਇਹ ਜ਼ਰੂਰ ਕਿਹਾ ਸੀ ਕਿ ਮੈਂ ਆਪਣੇ ਇਵੈਂਟਸ ਕਰ ਪਾਵਾਂਗੀ ਕਿ ਨਹੀਂ, ਕਿਉਂਕਿ ਮੇਰਾ 2 3 ਅਗਸਤ ਦਾ ਇਵੈਂਟ ਸੀਗਾ ਹਯਾਤ ਵਿੱਚ, ਮੈਂ ਅਨਾਊਂਸ ਕੀਤਾ ਹੋਇਆ ਸੀ, ਇਹ ਲੋਕਾਂ 'ਤੇ ਐਡਵਾਂਸ ਵੀ ਆ ਗਏ ਹੋਏ ਸੀਗੇ ਮੇਰੇ ਕੋਲ। तो वो बड़ा प्ले कर रहा सीगा कि वो उसका क्या होगा, इवेंट का क्या होगा। तो देन आई आस्क्ड, मैं डॉक्टर को पूछा कि मैं इवेंट कर सकांगी कि नहीं। उन्होंने क्या कर सकते हो, क्यों नहीं कर सकते, पर उन्होंने मैंने सिर्फ दिलासा दिता सीगा, एक्चुअली तुसी इवेंट वगैरह नहीं कर सकते उस टाइम ਵਿੱਚ। हाँ, क्योंकि कीमोथेरेपी ਜਿਹੜੀ ਤੁਹਾਡੀ ਹੁੰਦੀ ਹੈ ਉਹ ਥੋੜੀ ਟਫ ਹੁੰਦੀ ਹੈ, ਉਹ ਬੋਡੀ ਦਾ ਕਾਫੀ ਨੂੰ ਥੋੜਾ ਵੀਕ ਕਰ ਦਿੰਦੀ ਹੈ, ਅਤੇ ਉਸ ਦੌਰਾਨ ਤੁਹਾਨੂੰ ਰੈਸਟ ਦੀ ਜ਼ਰੂਰਤ ਹੁੰਦੀ ਹੈ, ਤੁਹਾਨੂੰ ਬੁਖਾਰ ਨਹੀਂ ਆਉਣਾ ਚਾਹੀਦਾ। ਮੈਂ ਤੁਹਾਨੂੰ ਸਪੈਸੀਫਿਕਲੀ ਇਹ ਦੱਸ ਰਹੀ ਹਾਂ ਤਾਂ ਕਿ ਕੋਈ ਬਾਈ ਚਾਂਸ ਕਿਸੇ ਨੂੰ ਹੁੰਦਾ ਹੈ ਤਾਂ ਇਸ ਚੀਜ਼ ਦਾ ਧਿਆਨ ਰੱਖਣ। ਸੋ ਤੁਸੀਂ ਕਿਹਾ ਬੁਖਾਰ ਨਹੀਂ ਆਉਣਾ ਚਾਹੀਦਾ, ਇੱਥੇ ਤੁਹਾਨੂੰ ਇੰਟਰਰਪਟ ਕਰਾਂਗੀ, ਬਟ ਉਸ ਟਾਈਮ ਤਾਂ ਇਹ ਹੁੰਦਾ ਕਿ ਤੁਸੀਂ ਹਸਪੀਟਲ ਤੋਂ ਘਰੇ ਆਏ ਹੋ, ਰਿਸ਼ਤੇਦਾਰਾਂ ਦਾ ਜਮਾਵੜਾ ਲੱਗ ਜਾਂਦਾ ਹੈ ਤੁਹਾਡੇ ਕੋਲ, ਲੋਕੀ ਮਿਲਣ ਆਉਂਦੇ ਨੇ, ਹਾਲਾਂਕਿ ਵਾਈਬਸ ਉਹ ਜਿਹੀ ਆਉਂਦੀਆਂ ਨੇ ਲੋਕਾਂ ਤੋਂ ਕਿ ਕੈਂਸਰ, ਬਿਕਾਜ਼ ਹਰ ਕਿਸੇ ਦੇ ਵਿੱਚ ਆਮ ਆ ਕਿ ਕੈਂਸਰ ਆ ਤਾਂ ਕਿਵੇਂ ਸਰਵਾਈਵ ਕਰ ਲਿਆ, ਉਹ ਸਟੋਰੀ ਉਹਨਾਂ ਨੂੰ ਦੱਸੋ। ਸੋ ਉਹ ਵੀ ਇੱਕ ਵਾਰ ਮੈਂ ਜ਼ਰੂਰ ਜਾਣਨਾ ਚਾਹਾਂਗੀ, ਉਹ ਟਾਈਮ ਪੀਰੀਅਡ ਕਿਹਾ ਜਾਂਦਾ ਸੀ। ਮੈਂ ਆਪਣੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਇਹ ਚੀਜ਼ ਬਾਹਰ ਨਹੀਂ ਜਾਣੀ ਚਾਹੀਦੀ ਕਿ ਮੈਨੂੰ ਕੈਂਸਰ ਹੋਇਆ ਹੈ, ਕਿਉਂਕਿ ਮੈਂ ਦਿਖਦੀ ਚੰਗੀ ਸੀਗੀ ਤੁਸੀਂ ਹੁਣ ਵੀ ਬਹੁਤ ਬਿਊਟੀਫੁਲ ਦਿਖਦੇ ਹੋ। ਅਤੇ ਮੈਂ ਉਹਨਾਂ ਨੂੰ ਕਿਹਾ ਕਿਸੇ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਕਿ ਕੈਂਸਰ ਹੈ, ਕਿਉਂਕਿ ਮੈਂ ਆਪਣਾ ਰੈਸਟ ਖੁਦ ਕਰਾਂਗੀ, ਮੈਂ ਆਪਣਾ ਧਿਆਨ ਖੁਦ ਰੱਖਾਂਗੀ, ਅਤੇ ਮੈਨੂੰ ਇੱਕ ਵੀ ਫੋਨ ਕਾਲ ਨਹੀਂ ਚਾਹੀਦਾ ਜਿਹੜਾ ਕਹਿ ਦੇ ਹਾਏ ਤੈਨੂੰ ਕੀ ਹੋ ਗਿਆ, ਜਾਂ ਪਿੱਛੋਂ ਦੇ ਹੀ ਕਹਿ ਦੇ, ਜਾਂ ਮੇਰੇ ਮਾਂ ਬਾਪ ਨੂੰ ਹੀ ਡਿਸਟਰਬ ਕਰ ਦੇ ਕਿ ਬਈ ਪਤਾ ਨਹੀਂ ਹੁਣ ਬਚੇਗੀ ਜਾਂ ਨਹੀਂ। ਉਹ ਕੁਐਸਚਨ ਮਾਰਕ ਜਿਹੜਾ ਲੱਗ ਜਾਂਦਾ ਹੈ ਨਾ ਕਿ ਹੁਣ ਕੀ ਹੋਵੇਗਾ, ਅਤੇ ਇਸ ਵਾਸਤੇ ਉਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ, ਮੈਂ ਕਿਸੇ ਨੂੰ ਵੀ ਨਹੀਂ ਦੱਸਿਆ। ਇਨਫੈਕਟ ਬੜੇ ਸਾਰੇ ਜਿਹੜੇ ਇਵੈਂਟਸ ਹੁੰਦੇ ਰਹਿੰਦੇ ਸੀਗੇ, ਮੈਂ ਆਪਣੀ ਫਸਟ ਕੀਮੋ ਦੇ ਬਾਅਦ ਮੈਨੂੰ ਪਤਾ ਚੱਲ ਗਿਆ ਸੀਗਾ ਕਿ ਮਤਲਬ ਮੇਰੇ ਵਾਲ ਜਾਣਗੇ, ਅਤੇ ਮੈਂ ਇੱਕ ਇੱਕ ਕਰਕੇ ਟੁੱਟਦਾ ਹੋਇਆ ਵਾਲ ਨਹੀਂ ਦੇਖ ਸਕਦੀ ਸੀਗੀ ਆਪਣਾ। ਅਤੇ ਪਹਿਲਾਂ ਤਾਂ ਮੈਂ ਡਾਕਟਰ ਨੂੰ ਇਹ ਕਿਹਾ ਸੀਗਾ ਕਿ ਅਗਰ ਤੁਸੀਂ ਮੇਰਾ ਮੈਸੈਕਟਮੀ ਕਰ ਦਿੱਤੀ ਹੈ ਅਤੇ ਫਿਰ ਕੀਮੋਥੈਰੇਪੀ ਦੀ ਕੀ ਲੋੜ ਹੈ ਨਾ। ਮਤਲਬ ਜਦ ਤੁਸੀਂ ਕੱਢ ਦਿੱਤਾ ਬਾਹਰ ਸਾਰਾ ਕੁਝ,
ਤੇ ਫਿਰ ਮੈਨੂੰ ਕਿਉਂ ਮੈਂ ਉਹਨਾਂ ਨੂੰ ਇਹ ਹੀ ਕਿਹਾ ਸੀਗਾ, ਪਹਿਲੀ ਸ਼ਰਤ ਰੱਖੀ ਸੀਗੀ ਕਿ ਮੈਂ ਮੈਸੈਕਟਮੀ ਕਰਾ ਲਾਂਗੀ ਪਰ ਮੈਂ ਕੀਮੋਥੈਰੇਪੀਜ਼ ਨਹੀਂ ਕਰਾਵਾਂਗੀ। ਮਤਲਬ ਉਹ ਚੀਜ਼ ਮੇਰੇ ਦਿਲ ਵਿੱਚ ਸੀਗੀ, ਮੈਂ ਝੂਠ ਬੋਲਣਾ ਨਹੀਂ ਚਾਹੁੰਦੀ, ਉਹ ਚੀਜ਼ ਸੀਗੀ ਮੇਰੇ ਦੈਟ ਕੀਮੋ ਨਹੀਂ ਕਰਾਵਾਂਗੀ। ਬਟ ਪਤਾ ਚੱਲਿਆ ਜਦ ਥਰਡ ਐਡਵਾਂਸ ਸੀਗਾ ਤੇ ਕੀਮੋ ਤਾਂ ਜ਼ਰੂਰੀ ਹੁੰਦੀ ਹੈ। ਤੇ ਡਾਕਟਰ ਨੇ ਬੜੇ ਕਲੀਅਰ ਵਰਡਸ ਵਿੱਚ ਕਿਹਾ ਕਿ ਕੀਮੋ ਤੁਹਾਨੂੰ ਕਰਾਉਣੀ ਪੈਣੀ ਹੈ। ਉਹਨਾਂ ਨੇ ਮੈਨੂੰ ਪੂਰਾ ਚਾਰਟ ਦਿਖਾਇਆ ਕਿ ਕਿਉਂ ਕਰਾਉਣੀ ਪੈਣੀ ਹੈ। ਤੇ ਬਿਕੋਜ਼ ਥਰਡ ਸਟੇਜ ਸੀਗਾ, 6 ਲਿੰਫ ਨੋਡਸ ਵਿੱਚ ਕੈਂਸਰ ਜਾ ਚੁੱਕਿਆ ਸੀਗਾ ਤੇ ਉਹਨਾਂ ਨੇ ਕਿਹਾ ਕਿ ਇਹਨੂੰ ਬਰਨ ਕਰਨ ਵਾਸਤੇ ਕੀਮੋ ਜ਼ਰੂਰੀ ਹੈ। ਤੇ ਇਸ ਵਾਸਤੇ ਫਿਰ ਉਹਨਾਂ ਨੇ ਕਿਹਾ ਵਾਲ ਵੀ ਜਾਣਗੇ, ਉਹਦੇ ਵੀ ਕੋਈ ਗਾਰੰਟੀ ਨਹੀਂ ਹੈ ਕਿ ਨਹੀਂ ਜਾਏਗੇ। ਫਿਰ ਮੈਂ ਸਟੈਪ ਲਿੱਤਾ ਕਿ ਆਈ ਵੈਂਟ ਟੂ ਮੈਂ ਹੈਡ ਮਾਸਟਰਸ ਗਈ, ਉਹ ਬੜੇ ਸਾਡੇ ਨੋਨ ਹੈ ਪੈਮੀ, ਤੇ ਉਹਨਾਂ ਨੂੰ ਮੈਂ ਕਿਹਾ ਕਿ ਬਈ ਉਹਨੂੰ ਮੈਂ ਦੱਸ ਦਿੱਤਾ ਤੇ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਮੇਰਾ ਵਿਗ ਤਿਆਰ ਕਰੋ, ਮੇਰੇ ਜਿਸ ਤਰ੍ਹਾਂ ਦੇ ਵਾਲ ਨੇ ਉਸੇ ਤਰ੍ਹਾਂ ਦਾ ਵਿਗ ਤਿਆਰ ਕਰੋ। ਮੇਰੇ ਵਾਲ ਚਾਹੀਦੇ ਨੇ ਤੇ ਉਹ ਲੈ ਲਓ ਜਾਂ ਜਿਹੜਾ ਵੀ ਹੈ, ਬਟ ਉਹਨਾਂ ਨੇ ਬੜਾ ਹੀ ਸੋਹਣਾ ਵਿਗ ਮੇਰੇ ਵਾਸਤੇ ਤਿਆਰ ਕੀਤਾ। ਤੇ ਜਦ ਕੀਮੋ ਹੋ ਗਈ ਮੇਰੀ, 12 ਦਿਨ ਨਿਕਲ ਗਏ ਕਿਉਂਕਿ 14 ਦਿਨ ਦਾ ਸਾਈਕਲ ਸੀਗਾ ਮੇਰਾ, ਤੇ 12ਵੇਂ ਦਿਨ ਮੈਂ ਉਹਨਾਂ ਦੇ ਕੋਲ ਗਈ ਤੇ ਆਪਣਾ ਹੈਡ ਸ਼ੇਵ ਆਫ ਕਰਾ ਕੇ ਫਿਰ ਮੈਂ ਵਿਗ ਪਾ ਕੇ ਬਾਹਰ ਨਿਕਲੀ ਤੇ ਸਾਰੇ ਕਹਿਣ ਲੱਗੇ ਇਹ हेयर स्टाइल तो बड़ा सूट कर रहा है। आई हैव नो वर्ड्स फॉर यू। मतलब लाइक सीरियसली मैं इमोशनल भी हो रही हूँ, मैं बहुत खुश भी हो रही हाँ कि बहुत घट लेडीज़ है जिन्हों ने सल्यूट। ਤੇ ਬਸ ਫਿਰ 8 ਕੀਮੋਥੈਰੇਪੀਜ਼ ਹੋਈਆਂ। ਮੈਂ ਕੋਈ ਇਵੈਂਟ ਨਹੀਂ ਛੱਡਿਆ, ਦੇਖਣ ਜ਼ਰੂਰ ਜਾਂਦੀ ਸੀਗੀ। ਤੇ 30 ਜੁਲਾਈ ਨੂੰ ਮੇਰੀ ਐਗਜ਼ੀਬਿਸ਼ਨ ਘਰੇ ਹੋਈ। ਮਈ 1 ਨੂੰ ਮੇਰਾ ਹੋਇਆ ਸੀ ਮੈਸੈਕਟਮੀ। ਜੂਨ ਕੱਢਿਆ ਮੈਂ ਬਸ ਸਿਰਫ ਜੁਲਾਈ 30 ਨੂੰ ਮੈਂ ਆਪਣੇ ਘਰੇ ਐਗਜ਼ੀਬਿਸ਼ਨ ਕੀਤੀ ਕਿਉਂਕਿ ਮੇਰੇ ਹਸਬੈਂਡ ਨੇ ਕਿਹਾ ਵੱਡੀ ਐਗਜ਼ੀਬਿਸ਼ਨ ਨਹੀਂ ਆਰਗੇਨਾਈਜ਼ ਕਰ ਸਕਦੇ, ਤੁਸੀਂ ਆਪਣੀ ਪੇਂਟਡ ਜਿਹੜੀ ਚੀਜ਼ ਤੁਹਾਡਾ ਹੁੰਦਾ ਹੁਣ ਉਹ ਸਟਾਰਟ ਕਰੋ, ਤੁਸੀਂ ਉਹ ਕਰੋ। ਤੇ ਮੈਂ ਕੀਮੋਥੈਰੇਪੀ ਜਦ ਮੈਂ ਕਰਵਾਉਣ ਜਾਂਦੀ ਸੀਗੀ, ਮੈਂ ਸਵੇਰੇ 5 ਵਜੇ ਉੱਠ ਜਾਂਦੀ ਸੀਗੀ ਬਿਕੋਜ਼ ਰਾਤ ਨੂੰ ਮੇਰੇ ਦਿਮਾਗ ਵਿੱਚ ਕੁਛ ਨਾ ਕੁਛ ਚੱਲਦਾ ਸੀਗਾ ਕਿ ਪਤਾ ਨਹੀਂ ਕਿਸ ਤਰ੍ਹਾਂ ਹੋਏਗੀ। ਤੇ ਮੈਂ ਸਵੇਰੇ 5 ਵਜੇ ਉੱਠ ਜਾਂਦੀ ਸੀਗੀ, ਮੈਂ ਪੇਂਟ ਕਰਦੀ ਸੀਗੀ 8:30 ਤੱਕ ਮੈਂ ਪੇਂਟ ਕਰਕੇ ਫਿਰ ਮੈਂ ਆਪਣਾ ਨਹਾ ਧੋ ਕੇ ਫਿਰ ਮੈਂ ਉੱਥੇ ਜਾ ਕੇ ਆਪਣੀ ਕੀਮੋ ਸਟਾਰਟ ਹੋ ਜਾਂਦੀ ਮੇਰੀ 9:30 ਟੂ ਅਬਾਊਟ 2:30 ਤੱਕ ਮੇਰੀ ਕੀਮੋ ਹੁੰਦੀ ਸੀਗੀ। ਤੇ ਉੱਥੇ ਜਾ ਕੇ ਮੈਂ ਪ੍ਰਾਈਵੇਟ ਰੂਮ ਲਿੱਤਾ ਜੀ। ਮੈਂ ਕੋਈ ਇਕੱਠੇ ਲਾਈਨ ਵਿੱਚ ਨਹੀਂ ਲੱਗੀ ਜਾਂ ਕੁਝ ਇਸ ਤਰ੍ਹਾਂ ਨਹੀਂ ਕੀਤਾ। ਮਤਲਬ ਆਈ ਗੇਵ ਮਾਈ ਸੈਲਫ ਟੂ ਐਵਰੀਥਿੰਗ ਪੋਸੀਬਲ ਮੈਂ ਇਹ ਜ਼ਰੂਰੀ ਸੀਗਾ ਦੈਟ ਕਿ ਖਰਚੇ ਦੀ ਵੀ ਪਰਵਾਹ ਨਹੀਂ ਕੀਤੀ। ਇਹ ਬੜੀ ਵੱਡੀ ਗੱਲ ਹੈ ਕਿਉਂਕਿ ਕੀਮੋਥੈਰੇਪੀ ਤੁਹਾਡੀ ਬਹੁਤ ਜ਼ਿਆਦਾ ਪੈਸੇ ਨੂੰ ਡਿਮਾਂਡ ਕਰਦੀ ਹੈ, ਉਹ ਸੱਚ ਚੀਜ਼ ਹੈ। ਬਟ ਨਾ ਕੋਈ ਪਰਵਾਹ ਕੀਤੇ ਹੋਏ ਉਸ ਜਦ ਹੋ ਜਾਏ ਤੇ ਬੜੀ ਚੰਗੀ ਗੱਲ ਹੈ ਕਿਉਂਕਿ ਪਹਿਲੀ ਚੀਜ਼ ਤੇ ਜਿਹੜਾ ਖਰਚਾ ਹੁੰਦਾ ਹੈ ਉਹ ਲੋਕੀ ਲੈ ਕੇ ਡਰ ਜਾਂਦੇ ਨੇ। ਉਹ ਹੈ ਵੀ ਡਰਨ ਵਾਲੀ ਗੱਲ, ਇਸ ਤਰ੍ਹਾਂ ਨਹੀਂ ਹੈ ਕਿ ਨਹੀਂ ਹੈ ਵੀ ਡਰਨ ਵਾਲੀ ਗੱਲ, ਬੜਾ ਖਰਚਾ ਹੁੰਦਾ। ਬਟ ਕਿਉਂਕਿ ਆਰਮੀ ਦੇ ਥਰੂ ਸੀਗੇ ਤੇ ਬੜੀ ਹੈਲਪ ਮਿਲੀ ਮੈਨੂੰ। ਥੋੜ੍ਹਾ ਜਿਹਾ ਜਿਹੜਾ ਫੈਕਟਰ ਹੁੰਦਾ ਨਾ ਖਰਚੇ ਦਾ, ਉਹ ਕਾਫੀ ਹੈਲਪ ਦਾ ਹੋ ਗਿਆ ਤੇ ਇਸ ਕਰਕੇ ਆਈ ਥਿੰਕ ਉਹ ਵੀ ਬੜਾ ਪਲੇ ਕਰਦਾ। ਫਿਰ ਠੀਕ ਹੋ ਗਈ ਤੇ ਬਸ ਉਸੇ ਤਰ੍ਹਾਂ ਠੀਕ ਠਾਕ ਹੋ ਕੇ ਬਟ ਜਿਹੜੀ ਸੀਗੀ ਨਾ ਰੇਡੀਏਸ਼ਨ ਟਫ ਹੁੰਦੀ ਹੈ। ਕੀਮੋਥੈਰੇਪੀ ਤੇ ਹੋ ਜਾਂਦੀ ਹੈ ਪਰ ਤੁਹਾਨੂੰ ਕੇਅਰਫੁਲ ਰਹਿਣਾ ਪੈਂਦਾ। ਜਿਹੜੀ ਰੇਡੀਏਸ਼ਨ ਹੁੰਦੀ ਹੈ ਉਹ ਥੋੜ੍ਹੀ ਜਿਹੀ ਹੋਰ ਟਫ ਹੁੰਦੀ 4-5 ਸੈਕਿੰਡ ਦੀ ਹੈਗੀ ਹੈ ਪਰ ਇੰਨੀ ਸਟਰੋਂਗ ਹੁੰਦੀ ਹੈ ਕਿ ਉਹ ਵੀ ਕਿਲ ਕਰਨ ਵਾਸਤੇ ਹੁੰਦੀ ਹੈ ਕੈਂਸਰ ਸੈਲਸ ਨੂੰ। ਜਿਹੜਾ ਵੀ ਕੋਈ ਲੀਜਨ ਜਾਂ ਕੁਝ ਰਹਿ ਜਾਏ ਕਿਤੇ ਵੀ ਤੇ ਉਹਨੂੰ ਕਿਲ ਕਰਨ ਵਾਸਤੇ ਰੇਡੀਏਸ਼ਨ ਹੁੰਦੀ ਹੈ। ਤੇ ਉਹ ਮੇਰੀ 20 ਰੇਡੀਏਸ਼ਨਸ ਹੋਈ। 15 ਤੇ ਸਿੰਪਲ ਹੋਈਆਂ, 5 ਜਿਹੜੀ ਸੀਗੀ ਬਹੁਤ ਸਟਰੋਂਗ ਹੋਈਆਂ।
ਹਾਂ ਪੇਨ ਨਹੀਂ ਹੁੰਦੀ ਤੁਹਾਨੂੰ, ਉਹ ਸਕਿਨ ਨੂੰ ਖਤਮ ਕਰ ਦਿੰਦੀ ਹੈ। ਮਤਲਬ ਇੰਨੀ ਸਟਰੋਂਗ ਰੇਡੀਏਸ਼ਨ ਹੁੰਦੀ ਹੈ ਕਿ ਸਕਿਨ ਵੀਕ ਹੋ ਜਾਂਦੀ ਹੈ, ਵੈਸੇ ਹੀ ਕੋਈ ਮਸਲ ਤੇ ਰਹਿੰਦੀ ਨਹੀਂ ਹੈ, ਤੇ ਉਹਦੇ ਬਾਅਦ ਸਿਰਫ ਸਕਿਨ ਜਿਹੜੀ ਤੁਹਾਡੇ ਚਿਪਕੀ ਹੁੰਦੀ ਹੈ ਉਹ ਵੀ ਬਿਲਕੁਲ ਹੀ ਹੋ ਜਾਂਦੀ ਹੈ। ਸੋ ਯੂ ਹੈਵ ਮਤਲਬ ਦੇਰ ਵਾਸ ਸੋ ਮੈਨੀ, ਪਹਿਲਾਂ ਤਾਂ ਮੈਨੂੰ ਕੋਈ ਫ਼ਰਕ ਨਹੀਂ ਪਿਆ, ਕੀਮੋਥੈਰੇਪੀ ਦੇ ਟਾਈਮ ਮੈਨੂੰ ਕੋਈ ਫ਼ਰਕ ਨਹੀਂ ਪਿਆ, ਪਰ ਜਿਹੜੀ ਰੇਡੀਏਸ਼ਨ ਕਰਕੇ ਸਕਿਨ ਦੀ ਪ੍ਰੋਬਲਮ ਆਈ ਮੈਨੂੰ, ਤੇ ਇਸ ਵਾਸਤੇ ਤਦ ਲੋਕਾਂ ਨੂੰ ਪਤਾ ਚੱਲਿਆ, ਮੈਂ ਦੱਸਿਆ ਕਿ ਬਈ ਮੈਂ ਠੀਕ ਹੋ ਗਈ ਹਾਂ, ਤੇ ਹੁਣ ਪਰ ਤੁਹਾਨੂੰ ਮਿਲ ਨਹੀਂ ਸਕਦੀ, ਮੈਂ ਮਿਲਾਂਗੀ ਆਫਟਰ ਰੇਡੀਏਸ਼ਨ ਦਾ ਥੋੜਾ ਇਫੈਕਟ ਖਤਮ ਹੋ ਜਾਏ ਤਦ ਮਿਲਾਂਗੀ, ਮੈਂ ਬਿਲਕੁਲ ਠੀਕ ਹੈਗੀ। ਕਾਫੀ ਲੋਕਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਸਾਨੂੰ ਦੱਸਿਆ ਨਹੀਂ, ਐ ਨਹੀਂ, ਅਸੀਂ ਤੁਸੀਂ ਮੇਰੇ ਵਾਸਤੇ ਕੀ ਕਰ ਸਕਦੇ ਸੀਗੇ, ਤੁਸੀਂ ਆਂਦੇ ਤੇ ਮੈਂ ਤੁਹਾਨੂੰ ਅਟੈਂਡ ਵੀ ਨਹੀਂ ਕਰਦੀ, ਤੁਸੀਂ ਕਹਿੰਦੇ ਕਿੰਨੀ ਖਰਾਬ ਹੈ, ਸਾਨੂੰ ਅਟੈਂਡ ਵੀ ਨਹੀਂ ਕਰਦੀ ਹੈ। ਤੋ ਤੇ ਮੈਂ ਕਿਹਾ ਹੁਣ ਤੁਸੀਂ ਮੈਂ ਤੁਹਾਨੂੰ ਮਿਲਣ ਵਾਸਤੇ ਤਿਆਰ ਹੈਗੀ ਹਾਂ, ਪਰ ਜਿਹੜੇ ਉਸ ਦਸੰਬਰ ਦੇ ਦੌਰਾਨ ਮੈਂ ਆਪਣੀ ਕੋਈ ਵੈਡਿੰਗ ਅਟੈਂਡ ਨਹੀਂ ਕੀਤੀ, ਕੋਈ ਇਵੈਂਟ ਨਹੀਂ ਅਟੈਂਡ ਕੀਤਾ, ਕਿਉਂਕਿ ਐਵਰੀਵਨ ਵਾਂਟਸ ਟੂ ਹੱਗ ਯੂ। ਜਦ ਤੁਸੀਂ ਆਰ ਇੰਡੀਅਨ ਕਲਚਰ ਹੈਗਾ ਕਿ ਅਸੀਂ ਮਿਲਨੇ ਹਾਂ ਅਤੇ ਹੱਗ ਕਰਕੇ ਮਿਲਨੇ ਹਾਂ, ਅਤੇ ਮੇਰੇ ਫਾਦਰ ਨੇ ਕਿਹਾ ਕਿ ਹੁਣ ਤੂੰ 1 ਮਹੀਨਾ ਆਪਣੇ ਘਰ ਰੈਸਟ ਕਰੇਂਗੀ, ਹੁਣ ਤੂੰ ਨਹੀਂ ਜਾਏਂਗੀ ਕਿਤੇ ਵੀ। ਅਤੇ ਫਿਰ ਜਨਵਰੀ ਜਦ ਆਈ, ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਸਹਾਇਤਾ ਹੈਗੀ ਹੈ, ਵੈਲਫੇਅਰ ਐਸੋਸੀਏਸ਼ਨ। ਮੈਨੂੰ ਪਤਾ ਸੀਗਾ ਪਹਿਲਾਂ ਵੀ ਮੈਂ ਇੱਕ NGO ਖੁਦ ਦਾ ਬਣਾਉਣਾ ਚਾਹੁੰਦੀ ਸੀਗੀ, ਕਿਉਂਕਿ ਮੇਰੇ ਅੰਦਰ ਸ਼ੁਰੂ ਤੋਂ ਇਹ ਸੀਗਾ ਕਿ ਜਿਹੜੇ ਲੇਡੀਜ਼ ਨੇ ਜੋ ਕੰਮ ਨਹੀਂ ਕਰ ਸਕਦੀਆਂ ਜਾਂ ਕੰਮ ਆਉਂਦਾ ਹੈ ਉਹਨਾਂ ਨੂੰ, ਮੈਂ ਉਹਨਾਂ ਦੀ ਕੋਈ ਇੱਕ ਇੰਸਟੀਟਿਊਸ਼ਨ ਖੋਲ੍ਹਾਂ। ਬੜੇ ਨਾਮ ਸੋਚੇ ਮੈਂ, ਬੜੇ ਕਿ ਉਹਨਾਂ ਦਾ ਵੈਲਫੇਅਰ ਇੰਸਟੀਟਿਊਸ਼ਨ ਕੋਈ ਸੋਚਾਂ, ਉਹਨਾਂ ਦੇ ਕੁਝ ਕਰ ਸਕਾਂ ਐਂਡ ਆਲ ਦੈਟ, ਤਾਂ ਕਿ ਮੈਂ ਉਹਨੂੰ ਸਿਖਾ ਸਕਾਂ ਪੇਂਟਿੰਗ, ਤਾਂ ਕਿ ਉਹ ਲਾਈਵਲੀਹੁੱਡ ਕਰ ਸਕਣ। ਅਤੇ ਕਰਕੇ ਉਹਨਾਂ ਨੇ ਫਿਰ ਮੈਂ ਸਹਾਇਤਾ ਨੂੰ ਜਦ ਮੈਂ ਜੁਆਇਨ ਕੀਤਾ, 4 ਫੈਬਰਰੀ ਨੂੰ ਉਹ ਸਰਵਾਈਵਰਸ ਡੇ ਮਨਾ ਰਹੇ ਸੀਗੇ, ਅਤੇ ਜਦ ਮੈਂ ਗਈ ਸਰਵਾਈਵਰਸ ਡੇ ਦੇਖਣ ਵਾਸਤੇ, ਅਤੇ ਉੱਥੇ ਦੇਖਿਆ 1 ਸਾਲ ਦਾ, 3 ਸਾਲ ਦੇ, 4 ਸਾਲ ਦੇ ਬੱਚੇ ਅਤੇ ਡਾਂਸ ਕਰ ਰਹੇ ਨੇ ਔਨ ਦਾ ਫਲੋਰ। ਮੈਂ ਦੇਖਿਆ ਕਿ ਇਹ ਛੋਟੇ ਛੋਟੇ ਬੱਚੇ ਜਦ ਕਰ ਸਕਦੇ ਨੇ, ਨਿਕਲ ਸਕਦੇ ਨੇ, ਅਤੇ ਮੈਂ ਕਿਉਂ ਨਹੀਂ ਨਿਕਲ ਸਕਦੀ। ਸੋ ਸਹਾਇਤਾ ਹੈਜ਼ ਬੀਨ ਅ ਵੈਰੀ ਬਿਗ ਟਰਨਿੰਗ ਪੁਆਇੰਟ ਜਿਹਨੂੰ ਕਹਿੰਦੇ ਆ, ਕਿ ਇਹ ਮੈਨੂੰ ਕਹਿਣ ਵਾਸਤੇ ਕਿ ਬਈ ਮੈਂ ਅਤੇ ਫਿਰ ਮੈਂ ਆਪਣੇ ਇਵੈਂਟਸ ਥੋੜ੍ਹੇ 1-2 ਸਾਲ ਵਾਸਤੇ ਛੱਡੇ, ਪਰ ਘਰੇ ਮੈਂ ਆਪਣੀ ਕਰਦੀ ਰਹੀ। ਪਰ ਇਹ ਸਾਲ ਮੈਨੇ ਐਗਜ਼ੀਬਿਸ਼ਨ ਲਗਾਈ ਸ਼ਿਵਾਲਿਕ ਵਿਊ ਮੈਂ, ਉਹਦਾ ਨਾਂ ਸੀਗਾ ਕਸਬਾ ਕਾਰੀਗਰੀ ਦਾ। ਕਸਬਾ ਕਾਰੀਗਰੀ ਦਾ ਇਸ ਤਰ੍ਹਾਂ ਸੀਗਾ ਕਿ ਮੈਂ ਜਿੰਨੇ ਕਾਰੀਗਰ ਸੀਗੇ ਉਹਨਾਂ ਦੀ ਐਗਜ਼ੀਬਿਸ਼ਨ ਲਾਈ, ਜਿਹੜੇ ਉਹ ਪ੍ਰੋਡਿਊਸ ਕਰਦੇ ਨੇ ਜਗ੍ਹਾ ਤੋਂ। ਮੈਂ ਉਹਨਾਂ ਨੂੰ ਲੈ ਕੇ ਆਈ ਅਸਾਮ, ਰਾਜਸਥਾਨ, ਅਤੇ ਬੜੀ ਡਿਫਰੈਂਟ ਪ੍ਰੋਡਕਟ ਲਾਈਨ ਉਹਨਾਂ ਦੀ ਲੱਗੀ, ਅਤੇ ਇਟ ਵਾਜ਼ ਅ ਬ੍ਰਿਲੀਅੰਟ ਐਗਜ਼ੀਬਿਸ਼ਨ। ਬੜਾ ਹੀ ਮਜ਼ਾ ਆਇਆ, ਸਾਰਿਆਂ ਨੇ ਬਹੁਤ ਖਰੀਦੀ ਵੀ ਕੀਤੀ, ਅਤੇ ਉਹਨਾਂ ਦੀ ਜਿਹੜੀ ਮੈਂ ਹਮੇਸ਼ਾ ਤੋਂ ਚਾਹੁੰਦੀ ਸੀਗੀ ਕਿ ਕੁਝ ਇਸ ਤਰ੍ਹਾਂ ਦਾ ਹੋਏ। ਅਤੇ ਹੁਣ ਵੀ ਮੇਰੀ ਇੱਕ ਡਰੀਮ ਹੈਗੀ ਹੈ ਕਿ ਇੱਕ ਫਾਰਮ ਹਾਊਸ ਜਿਹੜਾ ਲਵਾਂ, ਪੈਸੇ ਦੀ ਕਮੀ ਹੈ ਸਿਰਫ, ਕਿ ਕੁਝ ਇਸ ਤਰ੍ਹਾਂ ਦੀ ਜਗ੍ਹਾ ਲਿੱਤੀ ਜਾਏ ਜਿੱਥੇ ਅਸੀਂ ਮੈਡੀਕੇਸ਼ਨ ਵੀ ਦੇ ਸਕੀਏ, ਜਿੱਥੇ ਅਸੀਂ ਜਿਹੜੇ ਡਿਪਰੈਸਿਵ ਲੋਕ ਹੈ ਉਹਨਾਂ ਨੂੰ ਵੀ ਕੁਝ ਦੇ ਸਕੀਏ, ਅਤੇ ਪਲੱਸ ਮੈਂ ਕੁਝ ਸਿਖਾ ਵੀ ਸਕਾਂ ਸਾਰਿਆਂ ਨੂੰ। ਕੁਝ ਇਸ ਤਰ੍ਹਾਂ ਦੀ ਜਗ੍ਹਾ ਮੈਨੂੰ ਮਿਲੇ ਅਤੇ ਮੈਂ ਸਾਰਾ ਕੁਝ ਹੀ ਕਰ ਲਵਾਂ। ਇੰਨੀ ਜ਼ਿਆਦਾ ਖੁਆਇਸ਼ਾਂ ਹਾਲੇ ਵੀ ਬਾਕੀ ਹੈਗੀਆਂ ਕਿ ਮੈਨੂੰ ਭਗਵਾਨ ਲੈ ਕੇ ਜਾ ਹੀ ਨਹੀਂ ਸਕਦਾ। ਬਿਲਕੁਲ ਵੀ ਨਹੀਂ, ਗੱਲਬਾਤ ਕਰਕੇ ਉਹ ਲੱਗ ਰਿਹਾ ਕਿ ਮਤਲਬ ਮੈਨੂੰ ਲੱਗਦਾ ਹੈ ਮੈਂ ਆਈ ਥਿੰਕ ਆਈਲ ਕਮ ਆਫਟਰ 30 or 40 years ਸੋ ਆਈ ਕੈਨ ਮੀਟ ਯੂ ਦਿਸ ਫਰੈਸ਼ ਐਂਡ ਬਹੁਤ ਬਿਊਟੀਫੁਲੀ ਤੁਸੀਂ ਜਿਹੜਾ ਹੈ ਆਪਣੀ ਜਰਨੀ ਨੂੰ ਬਿਆਨ ਕੀਤਾ, ਲੋਕਾਂ ਨੂੰ ਬਹੁਤ ਪਸੰਦ ਆਊਗਾ। ਮੈਂ ਇੱਥੇ ਬਹਿ ਕੇ ਇੰਨੀ ਪੋਜ਼ੀਟਿਵ ਵਾਈਬਸ ਤੁਹਾਡੇ ਤੋਂ ਲੈ ਰਹੀ ਹਾਂ, ਇੰਨੀ ਜ਼ਿਆਦਾ ਮੈਂ ਲਾਈਫ ਨੂੰ ਲੈ ਕੇ, ਸ਼ਾਇਦ ਤੁਹਾਨੂੰ ਮਿਲਣ ਤੋਂ ਬਾਅਦ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਨਜ਼ਰੀਆ ਮੇਰਾ ਵੀ ਚੇਂਜ ਹੋ ਜਾਏਗਾ। ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕਿਸੇ ਵੀ ਚੀਜ਼ ਤੋਂ ਬਾਹਰ ਨਿਕਲ ਸਕਦੇ ਹੋ, ਅਗਰ ਨਿਕਲਣਾ ਚਾਹੋ ਤੇ ਬਸ ਆਪਣਾ ਮਨ ਬਣਾ ਲਓ ਕਿ ਤੁਹਾਨੂੰ ਕੁਝ ਨਹੀਂ ਹੋ ਜਾਏਗਾ, ਬਾਕੀ ਤੇ ਖੁਦਾ ਦੀ ਮਰਜ਼ੀ।
ਥੈਂਕ ਯੂ ਸੋ ਮਚ, ਬਹੁਤ ਚੰਗਾ ਲੱਗਾ ਗੱਲਬਾਤ ਕਰਕੇ। ਤੇ ਅੱਜ ਕੱਲ੍ਹ ਪੈਂਡੇਮਿਕ ਦਾ ਟਾਈਮ ਚੱਲ ਰਿਹਾ ਤੇ ਲੋਕਾਂ ਤੋਂ ਜਿਹੜੇ ਆ ਮਾਸਕ ਲਗਾਏ ਨਹੀਂ ਜਾ ਰਹੇ। ਸੋ ਆਈ ਥਿੰਕ ਬਹੁਤ ਛੋਟੀ ਇਤੂ ਜੀ ਮਤਲਬ ਗੱਲ ਆਏ ਕਿ ਮਾਸਕ ਨਹੀਂ ਲਾਇਆ ਜਾ ਰਿਹਾ। ਤੁਹਾਡੀ ਇਸ ਜਰਨੀ ਦੇ ਸਾਹਮਣੇ ਮੈਨੂੰ ਲੱਗਦਾ ਹੈ ਅੱਜ ਤੋਂ ਜਿਹੜੇ ਲੋਕੀ ਇਸ ਚੀਜ਼ ਨੂੰ ਬਹੁਤ ਵੱਡਾ ਹਊਆ ਬਣਾ ਕੇ ਬੈਠੇ ਹੋਏ ਨੇ, ਬਹੁਤ ਵੱਡੀ ਚੀਜ਼ ਹੈਗੀ ਆ। ਚਲੋ 2020 ਸਾਡਾ ਲੰਘ ਗਿਆ ਇਸ ਪੈਂਡੇਮਿਕ ਦੇ ਵਿੱਚ, ਬਟ ਜਿਹੜੇ ਪ੍ਰੀਕਾਸ਼ਨਸ ਅਸੀਂ ਨਹੀਂ ਲੈ ਰਹੇ ਉਹ ਵੀ ਸਾਨੂੰ ਬੋਝ ਲੱਗ ਰਿਹਾ। ਸੋ ਉਹਨਾਂ ਲਈ ਮੈਂ ਚਾਹਾਂਗੀ ਜ਼ਰੂਰ ਤੁਹਾਡੇ ਕੁਝ ਵਰਡਸ, ਸੋ ਦੈਟ ਜਿਵੇਂ ਮੈਂ ਤੁਹਾਡੇ ਤੋਂ ਇੰਸਪਾਇਰ ਹੋਈ ਆ, ਇੰਪ੍ਰੈਸ ਹੋਈ ਆ, ਲੋਕੀ ਜ਼ਰੂਰ। ਦੇਖੋ, ਮੈਂ ਕਾਫੀ ਵਾਰੀ ਸੁਣਿਆ ਲੋਕਾਂ ਨੂੰ ਕਹਿੰਦੇ ਹੋਏ ਕਿ ਕੋਵਿਡ ਕੁਝ ਵੀ ਨਹੀਂ ਹੈ। ਕਿਉਂਕਿ ਮੇਰਾ ਮਾਲੀ ਜਿਹੜਾ ਆਂਦਾ ਹੈ ਉਹ ਕਹਿੰਦਾ ਹੈ ਕਿ मैडम कुछ नहीं है, आपको क्यों प्रॉब्लम है, आप ऐसे ही समझ रहे हो। पर इस तरह नहीं हैगा। ਜਿਹੜੇ ਘਰ ਹੁੰਦਾ ਹੈ ਉਹੀ ਸਮਝ ਸਕਦਾ ਹੈ। ਤੇ ਸਾਨੂੰ ਸਾਰੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਨੇ। ਮਾਸਕ ਵੀ ਪਾਉਣਾ ਚਾਹੀਦਾ, ਕਰੇ ਨਾ ਪਾਓ ਪਰ ਜਦ ਬਾਹਰ ਜਾਓ ਤੇ ਜ਼ਰੂਰ ਪਾਓ। ਈਵਨ ਅਸੀਂ ਇਸ ਤਰ੍ਹਾਂ ਬੈਠੇ ਹੋਏ ਨਾ, ਮੈਂ ਕਹਾਂਗੀ ਕਿ ਮੈਨੂੰ ਹੁਣੇ ਵੀ ਪਾਉਣਾ ਚਾਹੀਦਾ ਹੈ। ਪਰ ਅਗਰ ਅਸੀਂ ਸੋਚੀਏ ਕਿ ਸਾਡੇ ਫਰੈਂਡ ਨੂੰ ਨਹੀਂ ਹੈਗੀ ਹੈ, ਉਹਦੇ ਘਰ ਚਲੇ ਜਾਂਦੇ ਹਾਂ, ਤਾਂ ਜਾਓ, ਘਰੇ ਜਾਓ, ਆਪਣੀ ਲਾਈਫ ਬੰਦ ਨਾ ਕਰੋ। ਜਾਓ, ਤੁਸੀਂ ਮਿਲੋ, 2-4 ਬੰਦਿਆਂ ਨੂੰ ਇੱਕ ਟਾਈਮ 'ਤੇ ਮਿਲੋ, ਜ਼ਿਆਦਾ ਬੰਦਿਆਂ ਨਾ ਮਿਲੋ ਤੁਸੀਂ। ਅਤੇ ਮਾਸਕ ਜ਼ਰੂਰ ਪਾਓ, ਤਦ ਵੀ ਪਾਓ ਮਾਸਕ। ਜਿੰਨਾ ਵੀ ਅਸੀਂ ਕਰ ਸਕਦੇ ਹਾਂ ਆਪਣੀ ਪ੍ਰੀਕਾਸ਼ਨ ਜ਼ਰੂਰ ਲੈਣੀਆਂ ਚਾਹੀਦੀਆਂ ਨੇ। ਪਰ ਜੀਣਾ ਨਹੀਂ ਛੱਡਣਾ। ਮੈਂ ਤਾਂ ਨਹੀਂ ਛੱਡਿਆ। ਮੈਂ ਪੂਰੇ ਪੈਂਡੇਮਿਕ 2 ਮਹੀਨੇ ਪੇਂਟਿੰਗ ਕੀਤੀਆਂ। ਮੇਰੇ ਕੋਲ ਫੋਰਚੂਨੇਟਲੀ ਸਮਾਨ ਸੀਗਾ ਅਤੇ ਮੈਨੂੰ ਬਾਹਰ ਜਾਣ ਦੀ ਲੋੜ ਨਹੀਂ ਪਈ ਅਤੇ ਮੈਂ ਕਾਫੀ ਕੁਝ ਪੇਂਟ ਕੀਤਾ। ਇਨਫੈਕਟ ਔਨਲਾਈਨ ਮੇਰਾ ਕਾਫੀ ਹੋਇਆ। ਮੈਂ ਫੇਸਬੁੱਕ 'ਤੇ ਪਾਉਂਦੀ ਸੀਗੀ ਅਤੇ ਕਿਸੇ ਨੂੰ ਪਸੰਦ ਆ ਜਾਂਦਾ ਸੀਗਾ, ਬਸ ਪੈਕ ਕਰਕੇ ਕੋਰੀਅਰ ਕਰਾ ਦਿੰਦੇ ਸੀ। ਸੋ ਹਰ ਚੀਜ਼ ਦਾ ਨਿਕਲ ਆਉਂਦਾ। ਹੁਣ ਜ਼ਿਆਦਾ ਹੁਣ ਕੋਰੀਅਰ ਹੋ ਰਹੇ ਨੇ, ਲੋਕੀ ਤੁਹਾਡੇ ਘਰ ਨਹੀਂ ਆ ਰਹੇ ਨੇ, ਕੋਈ ਗੱਲ ਨਹੀਂ। ਪਰ ਇਹੀ ਕਹਿਣਾ ਚਾਹਾਂਗੀ ਕਿ ਫੈਸਟਿਵ ਸੀਜ਼ਨ ਆ ਰਿਹਾ ਅੱਗੇ, ਪ੍ਰੀਕਾਸ਼ਨ ਜ਼ਰੂਰ ਲਓ ਪਰ ਜੀਣਾ ਨਾ ਛੱਡੋ। ਇੰਜੋਏ ਕਰੋ, ਰੋਜ਼ ਨਵੇਂ ਕੱਪੜੇ ਪਾਓ, ਚਾਹੇ ਘਰੇ ਬੈਠੋ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਮੈਮ। ਅਸੀਂ ਚਾਹੁੰਦੇ ਹਾਂ ਤੁਸੀਂ ਇਹ ਹੀ ਪੋਜ਼ੀਟਿਵ ਐਟੀਟਿਊਡ ਹਮੇਸ਼ਾ ਲਾਈਫ ਦੇ ਵਿੱਚ ਰੱਖੋ। ਅਤੇ ਮੇਰੇ ਕੋਲ ਤੁਹਾਡੇ ਲਈ ਵੈਸੇ ਹੀ ਵਰਡਸ ਨਹੀਂ ਆ, ਕਿਉਂਕਿ ਤੁਸੀਂ ਆਲਰੇਡੀ ਮੈਨੂੰ ਸਪੀਚਲੈਸ ਕਰਤਾ ਆਪਣੀ ਇਸ ਜਰਨੀ ਸੁਣਾ ਕੇ। ਅਤੇ ਉਹ ਵੀ ਯੂਜਲੀ ਲੋਕ ਇਮੋਸ਼ਨਲ ਹੁੰਦੇ ਆ ਅਤੇ ਤੁਸੀਂ ਥੋੜ੍ਹਾ ਬਸ ਇਮੋਸ਼ਨਲ ਹੋ ਕੇ ਹਮੇਸ਼ਾ ਸਮਾਈਲ ਹੀ ਕਰ ਰਹੇ ਸੀ। ਸੋ ਬਹੁਤ ਵੱਡੀ ਅਚੀਵਮੈਂਟ ਹੈ ਆਈ ਗੈਸ। ਬਹੁਤ ਖੁਸ਼ ਹੋਈ ਮੈਂ ਤੁਹਾਨੂੰ ਮਿਲ ਕੇ, ਬਹੁਤ ਪੋਜ਼ੀਟਿਵ ਹੋ ਰਿਹਾ ਤੁਹਾਡਾ। ਥੈਂਕ ਯੂ ਸੋ ਮਚ ਜੀ, ਤੁਸੀਂ ਆਏ ਅਤੇ ਤੁਸੀਂ ਇੰਟਰਵਿਊ ਲਿੱਤਾ। ਆਈ ਹੋਪ ਕਿਸੇ ਨੂੰ ਇੰਸਪਾਇਰ ਹੋਣ ਅਤੇ ਡਰੋ ਨਾ, ਕੁਝ ਵੀ ਹੋ ਸਕਦਾ ਹੈ, ਪਰ ਅਸੀਂ ਸਾਰਾ ਕੁਝ ਪਾਰ ਕਰ ਸਕਦੇ ਹਾਂ ਬਸ। ਥੈਂਕ ਯੂ ਸੋ ਮਚ। ਆਈ ਹੋਪ ਕਿ ਇਹਨਾਂ ਨਾਲ ਹੋਈ ਸਾਰੀ ਗੱਲਬਾਤ ਥੋੜ੍ਹੀ ਲੰਬੀ ਚੱਲ ਗਈ, ਬਿਕਾਜ਼ ਬਹੁਤ ਜ਼ਿਆਦਾ ਜਿਹੜਾ ਬਹੁਤ ਮਜ਼ਾ ਆ ਰਿਹਾ ਸੀ ਗੱਲਾਂ ਕਰਨ ਦੇ ਵਿੱਚ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਭ ਤੋਂ ਵੱਡੀ ਗੱਲ ਇਹ ਆ ਕਿ ਬਹੁਤ ਲਾਈਫ ਨੂੰ ਲੈ ਕੇ ਥੋਟਸ ਜਿਹੜੇ ਨੇ, ਵਿਚਾਰ ਜਿਹੜੇ ਨੇ, ਬਹੁਤ ਡਿਫਰੈਂਟ ਹੋ ਗਏ ਇਹਨਾਂ ਨੂੰ ਮਿਲ ਕੇ। ਆਈ ਐਮ ਸ਼ੋਰ ਤੁਸੀਂ ਵੀ ਸੁਣੋਗੇ ਤਾਂ ਤੁਸੀਂ ਜ਼ਰੂਰ ਇਸ ਚੀਜ਼ ਨੂੰ ਅਪਰੀਸ਼ੀਏਟ ਕਰੋਗੇ। ਇਹਨਾਂ ਦੀ ਜਰਨੀ ਬਾਰੇ ਜਿਹੜਾ ਆ ਜ਼ਰੂਰ ਤੁਸੀਂ ਇਸ ਚੀਜ਼ 'ਤੇ ਗੌਰ ਕਰੋਗੇ ਕਿ ਚੀਜ਼ ਬਹੁਤ ਵੱਡੀ ਵੀ ਹੋਵੇ ਭਾਵੇਂ, ਬਟ ਉਹ ਜਿਹੜਾ ਇੱਕ ਵਿਲ ਪਾਰ ਹੁੰਦੀ ਆ, ਉਹ ਇੱਕ ਜਿਹੜਾ ਅੰਦਰੋਂ ਇੱਕ ਪੋਜ਼ੀਟਿਵ ਰਹਿਣ ਦੀ ਜਿਹੜੀ ਹਿੰਮਤ ਹੁੰਦੀ ਆ, ਉਹ ਜ਼ਰੂਰ ਰੱਖਣੀ ਚਾਹੀਦੀ ਆ। ਵੀਡੀਓ ਜਰਨਲਿਸਟ ਆਨੰਦ ਦੇ ਨਾਲ ਸੋਨਾਲੀ ਨੇਗੀ, ਸਾਈਨਿੰਗ ਆਫ।